कोई जाते हैं तो ਜਿਹੜੇ ਮਰਜ਼ੀ ਸਿਆਸਤਦਾਨ ਕੋਲ ਚਲੇ ਜਾਓ ਬੱਬੇ ਤਾਲੀ ਸਾਹਿਬ ਉਹ ਸਾਰੇ ਹੀ ਆਪਣੀ ਆਪਣੀ ਲਿਸਟ ਗਿਣਾ ਦਿੰਦੇ ਲਿਸਟ ਕਿਸੇ ਕੋ ਵੀ ਖਤਮ ਨਹੀਂ ਹੁੰਦੀ ਫਿਰ ਲੋਕੀ ਕਿਵੇਂ ਚੂਜ਼ ਕਰਿਆ ਕਰਨ मैं काम कराए ने हस्पताल बनाया कोर्ट कंपलैक्स बनाया ते कैरी जिहड़ी सी ਉਹ ਛੱਤਾਂ ਡਿੱਗਦੀਆਂ ਸੀ ਲੋਕੀ ਉੱਥੇ ਜੱਜ ਵੀ ਬਹਿੰਦੇ ਨੇ ਤੇ ਵਕੀਲ ਵੀ ਚੈਂਬਰ ਵੀ ਬਣਾਏ ਵਕੀਲਾਂ ਦੇ ਡਿਸਟ੍ਰਿਕਟ ਕੰਪਲੈਕਸ ਬਣਾਇਆ ਐਡਮਿਨਿਸਟ੍ਰੇਸ਼ਨ ਸਾਰੇ ਦਫ਼ਤਰ ਇੱਕ ਛੱਤ ਦੇ ਥੱਲੇ ਇਕੱਠੇ ਕਰਦੇ ਜੇ ਬੰਦਾ ਜਾਂਦਾ ਤਹਿਸੀਲਦਾਰ ਤੋਂ ਲੈ ਕੇ ਡੀਸੀ ਤੱਕ ਉੱਥੇ ਬੈਠਾ ਡੀਐਸਪੀ ਤੋਂ ਲੈ ਕੇ ਐਸਐਸਪੀ ਤੱਕ ਇੱਕ ਐਪਲੀਕੇਸ਼ਨ ਲਏਗਾ ਸਾਰੇ ਕੰਮ ਕਰਾ ਕੇ ਫਿਰ ਬਾਹਰ ਨਿਕਲੇਗਾ 2017 'ਚ ਕੀ ਕਮੀ ਰਹਿ ਗਈ 2017 'ਚ ਇੱਕ ਯੰਗ ਮੁੰਡੇ ਨੂੰ ਕਿਉਂ ਲੋਕਾਂ ਨੇ ਯਕੀਨ ਕੀਤਾ ਕਿਉਂ ਜੋ 10 ਸਾਲ ਦੇ ਐਮਐਲਏ ਸੀਗੇ ਜਿਨ੍ਹਾਂ ਦੇ ਕੋਲ ਇੰਨੀ ਵੱਡੀ ਲਿਸਟ ਹੈ ਜੋ ਕਹਿੰਦੇ ਕਿ ਮੈਂ ਹਰ ਚੀਜ਼ ਜੋ ਦੇਖਣ ਵਾਲੀ ਹੈ ਔਰ 10 ਸਾਲਾਂ ਦਾ ਤੁਹਾਡਾ ਇੱਕ ਫੈਕਟਰ ਰਿਹਾ ਹੋਵੇ ਉਹਦੇ ਵਿੱਚ ਵੀ ਬਰਿੰਦਰ ਪਾੜਾ ਤੇ ਲੋਕਾਂ ਨੇ ਫਿਰ ਯਕੀਨ ਉਦੋਂ ਕਿਉਂ ਕੀਤਾ ਪੰਜਾਬ ਦੇ ਲੋਕ ਹਰ ਧਰਮ ਦਾ ਬੜਾ ਸਤਿਕਾਰ ਕਰਦੇ ਨੇ ਹਰ ਧਰਮ ਨੂੰ ਮੰਨਦੇ ਨੇ ਸਭ ਤੋਂ ਵੱਡਾ ਲੋਕਾਂ ਨੂੰ ਜਿਹੜਾ ਨਾ ਭੁਲੇਖਾ ਪਾਤਾ ਗੁੰਮਰਾਹ ਕਰਤਾ ਜਿਹੜੀ ਗੁਟਕਾ ਸਾਹਿਬ ਦੀ ਸਹੁੰ ਖਾਲੀ ਤੇ ਗੁਟਕਾ ਸਾਹਿਬ ਦੀ ਸਹੁੰ ਖਾਲੀ ਕਿ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ ਘਰ ਘਰ ਨੌਕਰੀ ਦੇਵਾਂਗੇ ਤੇ 2000 ਰੁਪਏ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਵਾਂਗੇ 2500 ਬਜ਼ੁਰਗਾਂ ਦੀ ਪੈਨਸ਼ਨ ਦੇ ਦੇਵਾਂਗੇ ਇੱਦਾਂ ਦੀ ਗੱਲ ਕਰਨ ਦੇ ਨਾਲ ਲੋਕ ਗੁੰਮਰਾਹ ਹੋ ਗਏ ਪੰਜਾਬ ਦਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਇਸ ਵਾਰ ਬੇहद ਦਿਲਚਸਪ ਰਹਿਣ ਵਾਲਾ ਹੈ 2017 ਚ ਲੋਕਾਂ ਨੇ ਇੱਥੋਂ ਬਰਿੰਦਰਮੀਤ ਸਿੰਘ ਪਾੜਾ ਨੂੰ ਵਿਧਾਨ ਸਭਾ 'ਚ ਭੇਜਿਆ ਕਾਂਗਰਸ ਦੇ ਵਿਧਾਇਕ ਨੇ ਇੱਕ ਵਾਰ ਫਿਰ ਬਰਿੰਦਰ ਪਾੜਾ ਮੈਦਾਨ ਦੇ ਵਿੱਚ ਨਹੀਂ ਆਮ ਆਦਮੀ ਪਾਰਟੀ ਨੇ ਵੀ ਰਮਨ ਬੈਲ ਨੂੰ ਉਮੀਦਵਾਰ ਬਣਾਇਆ ਰਮਨ ਬੈਲ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਬੀਜੇਪੀ ਇਸ ਵਾਰ ਅੱਡ ਤੋਂ ਇਲੈਕਸ਼ਨ ਲੜ ਰਹੀ ਹੈ ਬੀਜੇਪੀ ਦਾ ਵੀ ਉਮੀਦਵਾਰ ਇਸ ਸੀਟ ਤੇ ਆਏਗਾ ਕਿਸਾਨਾਂ ਦੇ ਵੱਲੋਂ ਵੀ ਉਮੀਦਵਾਰ ਉਤਾਰਿਆ ਗਿਆ ਔਰ 10 ਸਾਲ ਲਗਾਤਾਰ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਗੁਰਬਚਨ ਸਿੰਘ ਬੱਬੇਹਾਲੀ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਤੇ ਯਕੀਨ ਜਤਾਇਆ ਔਰ ਮੈਦਾਨ ਦੇ ਵਿੱਚ ਉਤਾਰਿਆ ਹੈ ਗੁਰਬਚਨ ਸਿੰਘ ਬੱਬੇਹਾਲੀ ਉਹਨਾਂ ਨੂੰ ਨੇਤਾ ਜੀ ਆ ਗਏ ਨੇ ਮੈਦਾਨ ਦੇ ਵਿੱਚ ਨੇ ਗੁਰਬਚਨ ਸਿੰਘ ਬੱਬੇਹਾਲੀ ਜੀ ਸਾਡੇ ਨਾਲ ਇਸ ਵੇਲੇ ਮੈਦਾਨ ਦੇ ਵਿੱਚ ਨੂੰ ਔਰ ਲੋਕਾਂ ਦੇ ਕੋਲ ਆਏ ਨੇ ਕਿ ਜੋ 10 ਸਾਲ ਇਹਨਾਂ ਦਾ ਕਾਰਗੁਜ਼ਾਰੀ ਰਹੀ ਉਸ ਦਾ ਰਿਕਾਰਡ ਲੈ ਕੇ ਆਏ ਔਰ 5 ਸਾਲ ਜੋ ਕਾਂਗਰਸ ਦੇ ਵਿਧਾਇਕ ਦੀ ਕਾਰਗੁਜ਼ਾਰੀ ਰਹੀ ਉਹਦਾ ਵੀ ਹਿਸਾਬ ਕਿਤਾਬ ਲੈ ਕੇ ਆਏ ਔਰ ਕਹਿ ਰਹੇ ਕਿ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਯਕੀਨ ਕਰੋ ਅਸੀਂ ਵਿਕਾਸ ਜਿਹੜਾ ਰੁਕਿਆ ਪਿਆ ਉਹਨੂੰ ਮੁੜ ਤੋਂ ਚਲਾ ਦਾਂਗੇ ਸਾਡੇ ਨਾਲ ਇਸ ਵੇਲੇ ਗੁਰਬਚਨ ਸਿੰਘ ਬੱਬੇਹਾਲੀ ਜੀ ਨੇ ਬੱਬੇਹਾਲੀ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ 10 ਸਾਲਾਂ ਦਾ ਰਿਪੋਰਟ ਕਾਰਡ ਤੁਸੀਂ ਪਹਿਲਾਂ ਆਪਣਾ ਪੇਸ਼ ਕਰ ਰਹੇ ਹੋ ਕਿ ਜੋ 10 ਸਾਲ ਆ ਉਹ ਤੁਸੀਂ ਲੋਕਾਂ ਨੂੰ ਯਾਦ ਕਰਾ ਰਹੇ ਹੋ ਪਿਛਲੇ 10 ਸਾਲਾਂ 'ਚ ਤੁਸੀਂ ਜਦੋਂ ਵਿਧਾਇਕ ਸੀਗੇ ਉਦੋਂ ਕੀ ਕੀਤਾ ਔਰ ਅਗਲੇ ਜੋ 5 ਸਾਲ ਨੇ ਉਹਨਾਂ 'ਚ ਮੌਜੂਦਾ ਕਾਂਗਰਸ ਦੇ ਵਿਧਾਇਕ ਨੇ ਕੀ ਕੀਤਾ ਇਹ ਤੁਸੀਂ ਪ੍ਰਚਾਰ ਦਾ ਤੁਹਾਡਾ ਮੈਨੂੰ ਲੱਗਦਾ ਕਿ ਮੇਨ ਸਟ੍ਰੈਟਜੀ ਇਹੀ ਹੈ ਤੁਹਾਡੀ ਇਸ ਵਾਰ ਬਿਲਕੁਲ ਠੀਕ ਹੈ ਜੀ ਵੇਖੋ ਜਿਹੜੇ ਕੈਂਡੀਡੇਟ ਆਏ ਨੇ ਉਹਨਾਂ ਨੇ ਆਪਣੇ ਆਪਣੇ ਪਹਿਲੇ ਕੰਮ ਵੀ ਦੱਸਣੇ ਨੇ ਜਿਹੜੇ ਅੱਗੇ ਕਰਨ ਵਾਲੇ ਕੰਮ ਨੇ ਉਹ ਤੇ ਝੂਠ ਕੋ ਜਿੰਨਾ ਮਰਜ਼ੀ ਬੋਲ ਲੇ ਜਿੱਦਾਂ ਕਾਂਗਰਸ ਪਾਰਟੀ ਨੇ 17 ਦੀਆਂ ਚੋਣਾਂ 'ਚ ਕਿਹਾ ਸੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿਹੜੇ ਆ ਮੰਤਰੀ ਤੁਰੇ ਫਿਰਦੇ ਨੇ ਨਾਲ ਸਹੁੰ ਖਾਣ ਦੇ ਵਿੱਚ ਭਾਈਵਾਲ ਸੀ ਜਦੋਂ 5 ਸਾਲਾਂ 'ਚ ਨਾ ਹੁਣ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਨਾ ਘਰ ਘਰ ਨੌਕਰੀ ਮਿਲੀ ਨਾ 2500 ਬੇਰੁਜ਼ਗਾਰੀ ਭੱਤਾ ਮਿਲਿਆ ਤੇ ਇਸ ਕਰਕੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਚੇਂਜ ਕਰਕੇ ਨਵਾਂ ਮੁੱਖ ਮੰਤਰੀ ਲੈਣ ਦਾ ਤੇ ਆਂਦੇ ਵੀ ਬੜੇ ਜੀ ਚੰਨੀ ਦੇ ਪੋਸਟ ਲੱਗੇ ਵੀ ਚੰਨੀ ਕਰਦਾ ਮਸਲੇ ਹੱਲ ਲੱਗ ਗਿਆ ਪਤਾ ਮਸਲਾ ਹੱਲ ਹੋ ਗਿਆ 10 ਕਰੋੜ ਰੁਪਇਆ ਘਰੋਂ ਭੜੇਵੇਂ ਦੇ ਫੜਿਆ ਗਿਆ ਰੇਤ ਦੇ ਪੈਸੇ ਸਾਨੂੰ ਬਦਨਾਮ ਕਰਦੇ ਰਹੇ ਪਰ ਬੜੇ ਮਸਲੇ ਕਹਿੰਦੇ ਹੱਲ ਕਰਤੇ ਪੈਟਰੋਲ ਕਹਿੰਦੇ ਮੈਂ ਸਸਤਾ ਕਰਤਾ ਡੀਜ਼ਲ ਵੀ ਸਸਤਾ ਕਰਤਾ ਬਿਜਲੀ ਸਸਤੀ ਕਰਤੀ ਨੌਕਰੀਆਂ ਦੇ ਲਈ ਤੇ ਫਾਈਲ ਹੀ ਚਲੋ ਅੜ ਗਈ ਇਹ ਤਾਂ ਮਸਲੇ ਹੱਲ ਕਰਤੇ ਤੇ ਹੁਣ ਕਹਿੰਦੇ ਜਿਹੜੀ ਬੀਜੇਪੀ ਰਾਜਨੀਤੀ ਕਰ ਰਹੀ ਹੈ ਇਹ ਰਾਜਨੀਤਿਕ ਸਟੈਪ ਹੈ ਈਡੀ ਦਾ ਡਰਾਵਾ ਦੇ ਰਹੇ ਦੇਖੋ ਭਾਵੇਂ ਬੀਜੇਪੀ ਵਾਲੇ ਦੇ ਜਿਹੜਾ ਸਾਡਾ ਸਮਝੌਤਾ ਟੁੱਟ ਚੁੱਕਾ ਸਾਰੀ ਗੱਲਬਾਤ ਸਾਡੀ ਮੁੱਕ ਗਈ ਬੀਜੇਪੀ ਨਾਲ ਪਰ ਇਹ ਬਦਲਾ ਖੋਈ ਦੀ ਕਾਹਦੀ ਗੱਲ ਹੋਈ ਦੀ ਕਾਹਦੀ ਗੱਲ ਇਹ ਕਰਦਾ ਜਦੋਂ 10 ਕਰੋੜ ਰੁਪਈਆ ਹੀ ਘਰ ਫੜਿਆ ਗਿਆ ਕਿਹੜਾ ਗੰਨਾ ਵੇਚਿਆ ਉਹਨੇ ਕਿੱਥੋਂ ਪੈਸੇ ਆਏ ਨੇ ਇੱਕ ਕਿ ਜਿਹੜੀ ਗੱਲ ਠੀਕ ਹੈ ਉਹਦੀ ਕਰਪਸ਼ਨ ਨੰਗੀ ਹੋਈ ਆ ਤੇ ਜਿਹੜੀ ਗੱਲ ਫਾਈਲ ਅੜ ਗਈ ਇਹ ਜਾਣ ਕੇ ਫਾਈਲ 'ਚ ਕਮੀ ਰੱਖਦੇ ਨੇ ਵੀ ਫਾਈਲ ਨਾ ਨਿਕਲੇ ਤੇ ਕਹਿਣਾ ਜੀ ਇਹ ਗਵਰਨਰ ਦੀਆਂ ਇੰਟਰਵਿਊਆਂ ਕੱਢੀਆਂ ਚੰਨੀ ਹੁਣਾਂ ਨੇ ਵੀ ਅਸੀਂ ਆਹ ਬੱਚੇ ਐਸ ਮਹਿਕਮੇ ਰੱਖਣੇ ਨੇ ਤੇ ਉਹਦੇ 'ਚ ਵੀ ਕਮੀ ਰੱਖ ਲੈਂਦੇ ਨੇ ਆਪਣੇ ਬੰਦੇ ਕੋਲ ਰਿਟ ਕਰਾ ਕੇ ਨੇ ਸਟੇ ਹੋ ਗਿਆ ਇਹ ਡਰਾਮੇ ਲੋਕੀ ਜਾਣਦੇ ਨੇ ਬੜੀ ਬੁਰੀ ਤਰ੍ਹਾਂ ਕਾਂਗਰਸ ਵਾਲੇ ਫੇਲ ਹੋਏ ਨੇ ਹਰ ਕੰਮ ਦੇ ਵਿੱਚ ਤੇ ਜਿਹੜੀ ਅਗਲੇ ਹੁਣੇ ਝੂਠ ਝਾਠ ਬੋਲਣਗੇ ਉਹ ਨਹੀਂ ਪਤਾ ਵੀ ਇਹ ਕਿਹੜਾ ਝੂਠ ਬੋਲਦੇ ਨੇ ਫਿਰ ਜੋ ਬੋਲਣਗੇ ਜਵਾਬ ਦੇ ਦਾਂਗੇ ਚਲੋ ਤੁਹਾਡੇ ਹਲਕੇ ਤੇ ਆ ਜਾਂਦੇ ਆ 2007 ਤੋਂ 2017 ਦੇ ਵਿੱਚ ਤੁਸੀਂ ਆਪਣੀ ਅਚੀਵਮੈਂਟਸ ਕੀ ਯਾਦ ਰੱਖ ਰਹੇ ਹੋ ਕੀ ਲੋਕਾਂ ਨੂੰ ਯਾਦ ਕਰਾ ਰਹੇ ਹੋ ਕਿ ਉਹ ਕਿਉਂਕਿ 5 ਸਾਲ ਬੀਤ ਚੁੱਕੇ ਨੇ ਜਦੋਂ ਤੁਸੀਂ ਵਿਧਾਇਕ ਨਹੀਂ ਹੈਗੇ ਤਾਂ ਪਿਛਲੇ 10 ਸਾਲਾਂ ਦੀ ਅਚੀਵਮੈਂਟਸ ਕੀ ਦੱਸ ਰਹੇ ਹੋ ਲੋਕਾਂ ਨੂੰ ਅੱਜ ਵੇਖੋ ਜਿਹੜੀ ਲੋਕਾਂ ਨਾਲ
ਪਾਰਟੀ ਵੱਲੋਂ ਚੋਣ ਮੈਨੀਫੈਸਟੋ ਆਇਆ ਸੀ 2007 ਵਿੱਚ। ਸਸਤਾ ਅਨਾਜ ਦੇਵਾਂਗੇ, ਬੰਬੀਆਂ ਦੇ ਬਿੱਲ ਮਾਫ ਕਰਾਂਗੇ, 200 ਯੂਨਿਟ ਗਰੀਬਾਂ ਦਾ ਮਾਫ ਕਰਾਂਗੇ, ਮੋਟੇ ਕੰਮ ਨੇ ਜਿਹੜੇ ਉਹੀ ਕਰਕੇ ਦੱਸੇ ਨੇ। ਜਿੱਥੋਂ ਤੱਕ ਹਲਕੇ ਦਾ ਸਵਾਲ ਆ, ਹਲਕੇ ਵਿੱਚ ਵੱਡੇ ਪ੍ਰੋਜੈਕਟ ਜਿਹੜੇ ਕੰਮ ਕਰਾਏ ਨੇ। ਵੱਡਾ ਮੈਂ ਹਸਪਤਾਲ ਬਣਾਇਆ 200 ਬੈੱਡ ਦਾ। ਪਹਿਲਾ ਹਸਪਤਾਲ ਜਿਹੜਾ ਸੀ ਉਹ 2-2.5 ਏਕੜ 'ਚ ਸੀ, ਨਾ ਉੱਥੇ ਕੋਈ ਪਾਰਕਿੰਗ ਸੀ ਤੇ ਨਾ ਉੱਥੇ ਕੋਈ ਬੈੱਡ ਜਿਹੜੇ ਸੀ ਉਹ ਲੋਕਾਂ ਨੂੰ, ਮਰੀਜ਼ਾਂ ਨੂੰ ਥੱਲੇ ਸੌਣਾ ਪੈਂਦਾ ਸੀ। ਤੇ ਇਹ ਐਮਐਲਏ ਨੇ ਹੁਣ ਕੰਮ ਇਹ ਕੀਤਾ, ਉਹ ਵੀ ਜਾ ਕੇ ਫੋਟੋ ਲਾ ਲਿਓ ਫਿਰ ਹੁਣ ਵੀ ਚੰਗਾ ਭਲਾ ਹਸਪਤਾਲ ਬਣਾਇਆ, ਵਧੀਆ ਉੱਤੇ ਹੱਥ ਨਹੀਂ ਸੀ। ਦਵਾਈਆਂ ਤੋਂ ਬਗੈਰ ਵੀ ਲੋਕੀ ਠੀਕ ਹੁੰਦੇ ਨੇ, ਵੀ ਆਕਸੀਜਨ ਬੜੀ ਖੁੱਲ੍ਹਾ ਬਣਾਇਆ ਮੈਂ 8 ਏਕੜ 'ਚ। ਇਹਨੇ ਉੱਥੇ 4 ਕਨਾਲ ਥਾਂ ਲੈ ਕੇ ਕਲੋਨੀ ਪ੍ਰਾਈਵੇਟ ਦੇ ਨਾਲ ਤੇ ਉਹ ਹਸਪਤਾਲ ਦੇ ਵਿੱਚੋਂ ਦੀ ਰਾਹ ਕੱਢਤਾ। ਸਿਰਫ ਮੇਰਾ ਥਾਂ ਮਹਿੰਗਾ ਹੋ ਜਾਏਗਾ, ਉੱਥੇ ਦੁਕਾਨਾਂ ਬਣਾਉਣੀਆਂ ਨੇ। ਹੁਣ ਹਸਪਤਾਲ ਦੇ ਵਿੱਚੋਂ ਦੀ ਕਾਰਾਂ ਲੰਘ ਕੇ ਤੇ ਸਰਕਾਰੀ ਗੇਟ 'ਚੋਂ ਦੀ ਲੰਘ ਕੇ ਤੇ ਫਿਰ ਜੀਟੀ ਰੋਡ ਨੂੰ ਚੜ੍ਹਦੀਆਂ ਬੱਬਰੀ ਨੂੰ। ਤੇ ਮੈਨੂੰ ਫਿਰ ਲੋਕ ਮਿਲੇ, ਮਰੀਜ਼ ਬੈਠੇ ਨੇ ਤੇ ਦਵਾਈ ਨਾਲ ਕਈ ਡਾਕਟਰ ਰੈਸਟ ਦੇ ਦਿੰਦੇ ਨੇ ਤੇ ਆਮ ਟ੍ਰੈਫਿਕ ਚੱਲੇਗੀ ਵੀ ਹਾਰਨ ਵੱਜੇਗਾ। ਲੋਕ ਪਾਰਕਿੰਗ ਕਿੱਥੇ ਕਰਨਗੇ ਜਿਹੜੇ ਮਗਰ ਆਉਂਦੇ ਨੇ ਮਰੀਜ਼ਾਂ ਦੇ। ਤੇ ਇਹ ਇਹਨੇ ਨਵੀਂ ਜਿਹੜੀ ਆ ਉਹ ਡਿਵੈਲਪਮੈਂਟ ਕੀਤੀ ਆ। ਮੈਂ ਮੈਡੀਕਲ ਹਸਪੀਟਲ ਲੈ ਕੇ ਆ ਰਿਹਾ, ਮੈਨੂੰ ਕੇਂਦਰ ਸਰਕਾਰ ਤੋਂ ਮਦਦ ਨਹੀਂ ਮਿਲੀ, ਪਰ ਮੈਨੂੰ ਪਤਾ ਸੀਗਾ ਕਿ ਮੈਂ ਮੈਡੀਕਲ ਹਸਪੀਟਲ, ਸੈਨਿਕ ਸਕੂਲ, ਇਹ ਸਭ ਚੀਜ਼ਾਂ ਲੈ ਕੇ ਆਉਣੀਆਂ। ਉਹਨੂੰ ਕਹੋ ਰਿਕਾਰਡਿੰਗ ਕੱਢ ਲੈ, ਜਾਂ ਤੁਹਾਨੂੰ ਮੈਂ ਦੱਸਦਾ ਮੈਂ ਇਲੈਕਸ਼ਨ ਨਹੀਂ ਲੜਾਂਗਾ ਜੇ ਮੈਂ ਮੈਡੀਕਲ ਕਾਲਜ ਨਹੀਂ ਲਿਆਵਾਂਗਾ ਤੇ ਜੇ ਸੈਨਿਕ ਸਕੂਲ ਨਹੀਂ ਲਿਆਵਾਂਗਾ। ਮੈਨੂੰ ਕਿਹੜੀ ਮਿਲਣੀ ਚਾਹੀਦੀ ਸੀਗੀ? ਇਹ ਕਿ ਦੁਕਾਨ ਤੋਂ ਮਿਲਣੇ ਨੇ? ਕਹਿੰਦੇ ਸਨੀ ਦਿਓਲ ਨੇ ਐਮਪੀ ਬਣਾਤਾ। ਉਹ ਐਮਪੀ ਤੋਂ ਜੋ ਮੈਨੂੰ ਮਦਦ ਆਣੀ ਸੀਗੀ, ਮੈਂ ਬੱਸ ਸਟੈਂਡ ਵੀ ਮੇਰਾ ਲੇਟ ਹੋ ਗਿਆ, ਮੇਰਾ ਅੰਡਰ ਬ੍ਰਿਜ ਵੀ ਇਸੇ ਕਰਕੇ ਲੇਟ ਹੋ ਗਿਆ। ਜਦੋਂ ਇਹਨੂੰ ਪਤਾ ਆ ਵੀ ਇਹ ਮਦਦ ਸੈਂਟਰ ਤੋਂ ਮਿਲਣੀ ਆ ਤੇ ਮੇਰੇ ਪੱਲੇ ਕੁਛ ਨਹੀਂ ਗਿਆ, ਤੇ ਫਿਰ ਇਹ ਵਾਅਦੇ ਕਾਹਨੂੰ ਕਰਦਾ ਲੋਕਾਂ ਨਾਲ? ਪਹਿਲਾਂ ਹੀ ਪਤਾ ਹੁੰਦਾ ਵੀ ਆਹ ਕੰਮ ਕਰਨੇ ਨੇ, ਆਹ ਨਹੀਂ ਹੋਣੇ। ਇਹਨੂੰ ਪੁੱਛੋ ਵੀ ਜੇ ਤੇਰੇ ਕੋਲ ਨੈਸ਼ਨਲ ਹਾਈਵੇ ਦੀ ਪਰਮਿਸ਼ਨ ਹੈ ਨਹੀਂ ਤੇ ਤੂੰ ਸੀਵਰੇਜ ਕੋ ਪਾੜਿਆ ਤੋਂ ਪਾਉਣਾ ਸ਼ੁਰੂ ਕਰਤਾ। ਸਾਰੀਆਂ ਲਿੰਕ ਸੜਕਾਂ ਤੋੜਤੀਆਂ, ਟ੍ਰੈਫਿਕ ਕਨਵਰਟ ਹੁੰਦੀ ਰਹੀ, ਲੋਕਾਂ ਦੇ ਐਕਸੀਡੈਂਟ ਹੁੰਦੇ ਰਹੇ, ਸਾਰੀਆਂ ਸੜਕਾਂ ਟੁੱਟ ਗਈਆਂ। ਜਾ ਕੇ ਕੋਈ ਸੀਵਰੇਜ ਬੰਦ ਪਿਆ। ਕੋਈ ਪਲਾਨ ਦੇ ਨਾਲ ਕੰਮ ਨਹੀਂ, ਅਨਪਲੈਨਡ ਕੰਮ ਚੱਲ ਰਿਹਾ ਸਾਰੇ ਸ਼ਹਿਰ 'ਚ। ਸਿਰਫ ਵੀ ਟੈਂਡਰ ਕਰ ਦਿਓ ਤੇ ਪੈਸੇ ਲੈ ਲਓ, ਕੰਮ ਕੰਪਲੀਟ ਹੋਏ ਨਾ ਹੋਏ। ਉਹ ਦਾਅਵਾ ਕਰਦੇ ਕਿ ਮੈਂ ਸੜਕਾਂ ਬਣਾਤੀਆਂ, ਕੋਈ ਸੜਕ ਇਹੋ ਜਿਹੀ ਨਹੀਂ ਛੱਡੀ ਜਿੱਥੇ ਲੋਕ ਨਾ ਰਹਿੰਦੇ ਹੋਣ। ਇਹ ਤਾਂ ਲੋਕ ਸਾਨੂੰ ਵੀ ਕਹਿ ਦਿੰਦੇ ਕਿ ਸੜਕਾਂ ਬੜੀਆਂ ਬਣ ਗਈਆਂ ਜੀ, ਟਾਵਰ ਵੀ ਬਣ ਗਏ, ਚੌਂਕ ਬਣਾਤੇ, ਖੂਬਸੂਰਤ ਬਣਾਤੇ। ਉਹ ਤੁਹਾਨੂੰ ਖੂਬਸੂਰਤ ਨਹੀਂ ਲੱਗ ਰਹੇ? ਵੇਖੋ ਜਿਹੜੀ ਸੜਕਾਂ ਤੇ ਗੱਲ ਹੈ ਨਾ, ਇਹ ਆਮ ਕੰਮ ਸਰਕਾਰਾਂ ਕਰਦੀਆਂ ਹੁੰਦੀਆਂ ਨੇ। ਟਾਇਲਾਂ ਦੀ ਫੈਕਟਰੀ ਆਪਣੀ ਲਾਤੀ ਤੇ ਜਿਹੜੇ ਮੇਰੇ ਫਰਸ਼ ਪਏ ਗਲੀਆਂ ਦੇ ਵਿੱਚ ਉੱਤੇ ਟਾਇਰ ਲਈ ਚਲੇ ਜਾਂਦੇ ਨੇ। ਮੈਂ 35-40 ਸਾਲ ਤੋਂ ਐਕਟਰ ਪਾਲਿਟਿਕਸ 'ਚ ਹਾਂ, ਚੰਗੇ ਮਹਿਕਮਿਆਂ ਦਾ ਮੈਂ ਚੇਅਰਮੈਨ ਰਿਹਾ। ਲੋਕਾਂ ਦੀ ਕਿਰਪਾ ਕੀਤੀ, ਲੋਕਾਂ ਨੇ, ਪਰਮਾਤਮਾ ਨੇ। 2 ਵਾਰੀ ਐਮਐਲਏ ਬਣਿਆ। ਪਹਿਲੀ ਵਾਰੀਆਂ ਵੀ ਲੋਕ ਆਏ ਨੇ, ਸਰਦਾਰ ਜੀ ਕਿਸੇ ਤਰੀਕੇ ਨਾਲ ਗਲੀ ਰੋਕ ਦਿਓ ਕਿ ਤੁਹਾਡੇ ਬਣੀਆਂ ਗਲੀਆਂ ਤੇ ਫਰਸ਼ ਤੇ ਟਾਇਲਾਂ ਲਾਈ ਜਾਂਦਾ ਆਪਣੀ ਫੈਕਟਰੀ 'ਚੋਂ, ਤੇ ਸਾਡੇ ਘਰ ਨੀਵੇਂ ਹੋ ਗਏ ਨੇ। ਬਣੀਆਂ ਗਲੀਆਂ ਤੇ ਫਿਰ ਟਾਇਲਾਂ ਪੈ ਗਈਆਂ। ਜਿਹੜੀ ਜਿਹੜੀ ਮੰਗ ਨਹੀਂ ਉਹ ਤੇ ਟਾਇਲਾਂ ਲਾਈ ਜਾਂਦੇ ਨੇ। ਤੇ ਮੈਂ ਲੋਕਾਂ ਨੂੰ ਕਿਹਾ ਵੀ ਇਹ ਪਰਚੀਆਂ ਦਾ ਬੜਾ ਜ਼ੋਰ ਰੱਖਦੇ ਨੇ ਤੇ ਤੁਸੀਂ ਹੁਣ ਬਣ ਦਿਓ, ਕਾਨੂੰਨੀ ਤੌਰ 'ਤੇ ਮਹਿਕਮੇ ਕੋਲ ਮਨਜ਼ੂਰੀ ਲੈ ਕੇ ਇਹ ਟਾਇਲਾਂ ਕਿਤੇ ਹੋਰ ਲਾਵਾਂਗੇ ਜਿੱਥੇ ਲੋੜ ਆ, ਤੇ ਟੱਕ ਕੇ ਤੁਹਾਡੀ ਸੜਕ ਜਿਹੜੀ ਆ, ਗਲੀ ਜਿਹੜੀ ਆ, ਉਹ ਮੈਂ ਪੱਧਰੀ ਕਰਕੇ ਫਰਸ਼ ਫੇਰ ਉੱਦਾਂ ਬਣਾ ਦਾਂਗਾ। ਆਪਣੀ ਜੇ ਫੈਕਟਰੀ ਨਾ ਹੁੰਦੀ ਇਹ ਟਾਇਲਾਂ ਵੀ ਨਹੀਂ ਲੱਗਣੀਆਂ। ਤੇ ਟਾਇਲਾਂ ਦੀ ਕਈ ਡਿਵੈਲਪਮੈਂਟ ਹੈ, ਇਹ ਤੇ ਗਲੀਆਂ ਗੁਲੀਆਂ ਸਰਕਾਰਾਂ ਬਣਾਉਂਦੀਆਂ ਨੇ। ਵੱਡੀ ਗੱਲ ਕਰੇ, ਮੈਂ ਕੰਮ ਕਰਾਏ ਨੇ। ਹਸਪਤਾਲ ਬਣਾਇਆ, ਕੋਰਟ ਕੰਪਲੈਕਸ ਬਣਾਇਆ, ਕਚਹਿਰੀ ਜਿਹੜੀ ਸੀ ਉਹ ਛੱਤਾਂ ਡਿੱਗਦੀਆਂ ਸੀ, ਲੋਕੀ ਉੱਥੇ ਜੱਜ ਵੀ ਬਹਿੰਦੇ ਨੇ ਤੇ ਵਕੀਲ ਵੀ, ਚੈਂਬਰ ਵੀ ਬਣਾਏ ਵਕੀਲਾਂ ਦੇ। ਡਿਸਟ੍ਰਿਕਟ ਕੰਪਲੈਕਸ ਬਣਾਇਆ, ਐਡਮਿਨਿਸਟ੍ਰੇਸ਼ਨ, ਸਾਰੇ ਦਫ਼ਤਰ ਇੱਕ ਛੱਤ ਦੇ ਥੱਲੇ ਇਕੱਠੇ ਕਰਦੇ। ਹੁਣ ਜਦੋਂ ਬੰਦਾ ਜਾਂਦਾ, ਤਹਿਸੀਲਦਾਰ ਤੋਂ ਲੈ ਕੇ ਡੀਸੀ ਤੱਕ ਉੱਥੇ ਬੈਠਾ, ਡੀਐਸਪੀ ਤੋਂ ਲੈ ਕੇ ਐਸਐਸਪੀ ਤੱਕ ਇੱਕ ਐਪਲੀਕੇਸ਼ਨ ਲਏਗਾ, ਸਾਰੇ ਕੰਮ ਕਰਾ ਕੇ ਫਿਰ ਬਾਹਰ ਨਿਕਲੇਗਾ। ਤੁਸੀਂ ਪਰਚਿਆਂ ਦਾ ਜ਼ਿਕਰ, ਮੈਰੀਟੋਰੀਅਸ ਸਕੂਲ ਬਣਾਇਆ ਜਿੱਥੇ ਬੱਚਿਆਂ ਦੀ ਫ੍ਰੀ ਪੜ੍ਹਾਈ, ਆਦਰਸ਼ ਸਕੂਲ ਬਣਾਏ। ਆਪਣੇ ਹਲਕੇ 'ਚ ਵਰਸੋਲੇ ਸਕੂਲ ਜਿਹੜਾ ਅਪਗ੍ਰੇਡ ਕੀਤਾ ਮੈਟ੍ਰਿਕ ਤੱਕ, 80 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਿਲਡਿੰਗ ਬਣਾਈ। ਕਾਲੇ ਨੰਗਲ ਜਾ ਕੇ ਵੇਖ ਲਓ, ਮਾਡਲ ਸਕੂਲ ਬਣਾਇਆ, 90 ਲੱਖ ਰੁਪਏ ਦਿੱਤਾ। ਇਹ ਬਾਹਰ ਦੋ ਕੁ ਪੇਂਟ ਕਰਕੇ ਨਿਆਣਿਆਂ ਦੀਆਂ ਫੋਟੋ ਜਿਹੀਆਂ ਵਾ ਕਹਿੰਦੇ ਮਾਡਲ ਸਕੂਲ ਬਣਾਉਂਦੇ ਨੇ। ਕਿਹੜੀ ਕੋਈ ਦੱਸਣ ਕਿਹੜਾ ਵੱਡਾ ਹੱਦੋਂ ਛਨੀਆਂ ਮੈਂ ਅਪਗ੍ਰੇਡ ਸਕੂਲ ਕਰਾਇਆ। ਇਹ ਦੱਸਣ ਕਿੰਨੇ ਸਕੂਲ ਇਹਨਾਂ 10ਵੀਂ ਤੱਕ ਤੇ 12ਵੀਂ ਤੱਕ ਬਣਾਏ ਨੇ, ਮੈਂ ਬਿਲਡਿੰਗਾਂ ਬਣਾਈਆਂ ਨੇ। ਆਪਾਂ ਉਹਨਾਂ ਕੋਲ ਵੀ ਜਾਂਦੇ ਆ ਤੇ ਜਿਹੜੇ ਮਰਜ਼ੀ ਸਿਆਸਤਦਾਨ ਕੋਲ ਚਲੇ ਜਾਓ, ਬੱਬੇ ਸਾਹਲੀ ਸਾਹਿਬ, ਉਹ ਸਾਰੇ ਹੀ ਆਪਣੀ ਆਪਣੀ ਲਿਸਟ ਗਿਣਾ ਦਿੰਦੇ। ਲਿਸਟ ਕਿਸੇ ਕੋਲ ਵੀ ਖਤਮ ਨਹੀਂ ਹੁੰਦੀ। ਫਿਰ ਲੋਕੀ ਕਿਵੇਂ ਚੂਜ਼ ਕਰਿਆ ਕਰਨ? ਜਿਹੜੀ ਮੈਂ ਡਿਵੈਲਪਮੈਂਟ ਕੀਤੀ ਆ, ਉਹ ਕੋਈ ਸੂਈਜ ਨਹੀਂ ਰੱਖੀ ਮੈਂ ਵੀ ਲੱਭਦੀ ਨਹੀਂ, ਉਹ ਲੱਭਦੀਆਂ ਨੇ। ਬਿਲਡਿੰਗਾਂ ਬਣੀਆਂ, ਮੈਰੀਟੋਰੀਅਸ ਸਕੂਲ ਬਣਾਇਆ ਲੱਭਦਾ, ਹਸਪਤਾਲ ਲੱਭਦਾ,
ਡਿਸਟ੍ਰਿਕਟ ਕੰਪਲੈਕਸ ਕੋਰਟ ਕੰਪਲੈਕਸ ਲੱਗਦਾ, ਐਡਮਿਨਿਸਟ੍ਰੇਸ਼ਨ ਕੰਪਲੈਕਸ ਲੱਗਦਾ। 100 ਟਰਾਂਸਫਾਰਮਰ ਸ਼ਹਿਰ 'ਚ ਨਵਾਂ ਚਾੜਿਆ ਤੇ ਸ਼ਹਿਰ ਦੇ ਵਿੱਚ ਜਿੰਨੀਆਂ ਪੁਰਾਣੀਆਂ ਤਾਰਾਂ ਸੀ ਕੇਬਲਾਂ ਪਾਤੀਆਂ ਤੇ ਲੋਡ ਪੂਰਾ ਕਰਨ ਵਾਸਤੇ 66 ਕੇਵੀ ਨਵਾਂ ਪਾਵਰ ਹਾਊਸ ਜਿਹੜਾ ਸੀ ਬਾਦਲ ਸਾਹਿਬ ਕੋਲ ਲਿਆ ਗਿਆ, ਉਦਘਾਟਨ ਕਰਾਤਾ ਸ਼ਹਿਰ ਦਾ ਲੋਡ ਪੂਰਾ ਕਰਨ ਵਾਸਤੇ। ਫਿਰ 2017 'ਚ ਕੀ ਕਮੀ ਰਹਿ ਗਈ? 2017 'ਚ ਇੱਕ ਯੰਗ ਮੁੰਡੇ ਨੂੰ ਕਿਉਂ ਲੋਕਾਂ ਨੇ ਯਕੀਨ ਕੀਤਾ? ਕਿਉਂ ਜੋ 10 ਸਾਲ ਦੇ ਐਮਐਲਏ ਸੀਗੇ ਜਿਨ੍ਹਾਂ ਦੇ ਕੋਲ ਇੰਨੀ ਵੱਡੀ ਲਿਸਟ ਹੈ, ਜੋ ਕਹਿੰਦੇ ਕਿ ਮੈਂ ਹਰ ਚੀਜ਼ ਜੋ ਹੈ ਦੇਖਣ ਵਾਲੀ ਹੈ, ਔਰ 10 ਸਾਲਾਂ ਦਾ ਤੁਹਾਡਾ ਇੱਕ ਫੈਕਟਰ ਰਿਹਾ ਹੋਵੇ, ਉਹਦੇ ਵਿੱਚ ਵੀ ਬਰਿੰਦਰ ਪਾੜਾ ਤੇ ਲੋਕਾਂ ਨੇ ਫਿਰ ਯਕੀਨ ਉਦੋਂ ਕਿਉਂ ਕੀਤਾ? ਜਿਹੜੀ ਗੱਲ ਮੈਂ ਮਾਈਕ ਤੇ ਕਹਿ ਕੇ ਹਟਿਆ ਮੀਟਿੰਗ ਵਿੱਚ, ਪੰਜਾਬ ਦੇ ਲੋਕ ਹਰ ਧਰਮ ਦਾ ਬੜਾ ਸਤਿਕਾਰ ਕਰਦੇ ਨੇ ਤੇ ਹਰ ਧਰਮ ਨੂੰ ਮੰਨਦੇ ਨੇ। ਸਭ ਤੋਂ ਵੱਡਾ ਲੋਕਾਂ ਨੂੰ ਜਿਹੜਾ ਨਾ ਭੁਲੇਖਾ ਪਾਤਾ, ਗੁੰਮਰਾਹ ਕਰਤਾ, ਜਿਹੜੀ ਗੁਟਕਾ ਸਾਹਿਬ ਦੀ ਸਹੁੰ ਖਾਲੀ ਤੇ ਗੁਟਕਾ ਸਾਹਿਬ ਦੀ ਸਹੁੰ ਖਾਲੀ ਕਿ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ, ਘਰ ਘਰ ਨੌਕਰੀ ਦੇਵਾਂਗੇ ਤੇ 2000 ਰੁਪਏ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਵਾਂਗੇ, 2500 ਬਜ਼ੁਰਗਾਂ ਦੀ ਪੈਨਸ਼ਨ ਦੇ ਦੇਵਾਂਗੇ। ਇੱਦਾਂ ਦੀ ਗੱਲ ਕਰਨ ਦੇ ਨਾਲ ਲੋਕ ਗੁੰਮਰਾਹ ਹੋ ਗਏ। ਦੂਜੀ ਗੱਲ ਇੱਕ ਪਲੱਸ ਪੁਆਇੰਟ ਇਹਦਾ ਇਹ ਸੀ, ਇਹ ਨਵਾਂ ਕੈਂਡੀਡੇਟ ਸੀ ਤੇ ਨਵਾਂ ਬੰਦਾ ਜਿੰਨਾ ਮਰਜ਼ੀ ਝੂਠ ਬੋਲਦੇ ਲੋਕੀਆਂ ਦੇ ਇਹ ਕਰ ਦੇਗਾ ਕੰਮ, ਇਹ ਵੀ ਫੈਕਟਰ ਪਿਆ। ਇਸੇ ਤਰ੍ਹਾਂ ਜਿਹੜੀ ਛੋਟੀ ਇਕਾਈ ਆ, ਜਿੱਦਾਂ ਇਹ ਵਰਕਰ ਨੇ ਸਾਡੇ ਬੰਦੇ ਨੇ, ਇਹ ਵੀ 10 ਸਾਲ ਤੋਂ ਪਿੰਡਾਂ 'ਚ ਕੰਮ ਕਰ ਰਹੇ। ਕਾਂਗਰਸੀ ਵਰਕਰ ਨਵਾਂ ਉੱਠ ਕੇ ਸਾਹਮਣੇ ਆ ਗਿਆ, ਮੈਂ ਵੀ ਕਰ ਦਾਂਗਾ, ਮੈਂ ਵੀ ਕਰਦਾ, ਉੱਥੇ ਵੀ ਗੱਲ ਇਹ ਬਣ ਗਈ। ਇਸ ਕਰਕੇ ਸਾਰੇ ਲੋਕ ਗੁੰਮਰਾਹ ਹੋਏ। ਜੇ ਕੰਬਾਂ ਨਾਲ ਕੰਪੈਰੀਜ਼ਨ ਕਰੀਏ ਤੇ ਇਹ ਮੇਰੇ ਸਾਹਮਣੇ ਤੇ 100 ਦੇ ਵਿੱਚੋਂ ਇਹ 5 ਨੰਬਰ ਨਹੀਂ ਲੈ ਸਕਦੇ। ਮੈਂ ਪਲਾਟ ਦਿੱਤੇ 450 ਪਲਾਟ ਤਾਂ ਨਵੀਂਪੁਰ ਕਲੋਨੀ ਜੀ ਸ਼ਹਿਰ 'ਚ। ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਕਦੀ ਸ਼ਹਿਰ 'ਚ ਪਲਾਟ ਨਹੀਂ ਮਿਲੇ, ਜਾ ਕੇ ਵੇਖ ਲਿਓ। ਉੱਥੇ ਗਰਾਊਂਡ ਬਣੀ 8 ਕਿੱਲੇ, ਲੋਕੀ ਸੈਰ ਕਰਦੇ ਨੇ ਤੇ ਮੇਰੇ ਟਰੈਕਟਰ ਵੇਲੇ ਹੀ ਮੈਂ ਡਾਹ ਤੇ ਉਦੋਂ ਮੈਂ ਚਲੋ ਲੈਵਲ ਕਰ ਦਿੰਦੇ ਆ ਤੇ ਸ਼ਿਕਾਇਤ ਕਰਨ ਦੇ ਬਾਬਾ ਜੀ ਨੇ ਕਬਜ਼ਾ ਕਰ ਲਿਆ। ਤੇ ਹੁਣ ਜੇ ਕਿਸੇ ਕਾਂਗਰਸੀ ਦੇ ਇੱਕ ਮਿੰਟ, ਜਿਹੜੀ ਮੈਂ ਗਰਾਊਂਡ ਬਣਾਈਆਂ ਵੇਖ ਲਿਓ ਜਾ ਕੇ, ਮੈਂ ਫੁੱਲਦਾਰ ਬੂਟੇ ਲਾਏ ਛਾਂ ਵਾਲੇ, ਤੇ ਜਿਹੜੇ ਕਾਂਗਰਸੀਆਂ ਦੇ ਮੈਂ ਕਬਜ਼ਾ ਕਰ ਲਿਆ। ਤੇ ਜਿਹੜੇ ਬਹਿਲ ਸਾਹਿਬ ਦੀ ਬਰਸੀ ਹੋਏ, ਰਮਨ ਬਹਿਲ ਦੇ ਫਾਦਰ ਦੀ, ਉਹ ਵੀ ਬੂਟੇ ਉੱਥੇ ਲਾਉਂਦਾ, ਕਹਿੰਦਾ ਬਾਪ ਦੀ ਯਾਦ 'ਚ ਛਾਂ ਵਾਲੇ ਬੂਟੇ ਲਾਉਣੇ ਨੇ। ਤੇ ਜੇ ਕਰਤਾਰ ਸਿੰਘ ਪਾੜੇ ਦੀ ਬਰਸੀ ਹੋਏ ਤੇ ਬਰਿੰਦਰ ਪਾੜਾ ਵੀ ਉੱਥੇ ਬੂਟੇ ਲਾਉਂਦਾ ਕਿ ਛਾਂ ਵਾਲੇ ਦਰਖਤ, ਤੇ ਉਦੋਂ ਦੇ ਮੈਂ ਕਬਜ਼ਾ ਕਰ ਲਿਆ। ਇਹ ਬੜਾ, ਮੈਂ ਜਦੋਂ ਦਾ ਗੁਰਦਾਸਪੁਰ 'ਚ ਘੁੰਮ ਰਿਹਾ, ਪਰਚੇ ਤੇ ਕਬਜ਼ਿਆਂ ਦੇ ਬੜੇ ਚਰਚੇ ਨੇ ਹਰ ਪਾਸੇ। ਤੁਸੀਂ ਕਹਿੰਦੇ ਪਰਚਿਆਂ ਦੇ ਵਿੱਚ ਮਾਹਰ ਨੇ, ਪਰਚੇ ਕਰਾ ਦਿੰਦੇ, ਤਾਂ ਮੈਂ ਆਪਣੇ ਲੋਕਾਂ ਨੂੰ ਕਿਹਾ ਤੁਸੀਂ ਪਾ ਨਾ ਰਹੋ। ਉਹ ਕਹਿੰਦੇ ਤੁਸੀਂ ਆਪਣੇ ਟਾਈਮ ਤੇ ਕੱਟੇ ਕਿਸੇ ਦੇ ਮਰਦੇ ਸੀਗੇ ਤਾਂ ਵੀ ਪਰਚੇ ਕਰਾ ਦਿੰਦੇ ਸੀਗੇ। ਜੇ ਗਾਈਆਂ ਕੋ ਮਾਰੇਗਾ ਤੇ ਪਰਚਾ ਹੋਣਾ ਨਹੀਂਗਾ। ਇਹ ਜਿਹੜੀ ਗੱਲਾਂ ਕਰਦੇ ਫਿਰਦੇ ਨੇ ਆਮ ਆਦਮੀ ਪਾਰਟੀ ਵਾਲੇ, ਇਹਨਾਂ ਦਾ ਸਪੀਕਰ ਆ ਕਾਂਗਰਸ ਪਾਰਟੀ ਦਾ ਜਿਹੜਾ ਰੋਪੜੋਂ, ਤੇ ਆਮ ਆਦਮੀ ਪਾਰਟੀ ਵਾਲੇ ਉੱਥੇ ਏਜੰਡਾ ਲੈ ਕੇ ਆਏ ਨੇ। ਮੈਂ ਕਾਗਜ਼ ਦੱਸਣਾ ਗੱਡੀ 'ਚ ਵੀ ਗਾਈਆਂ ਜਿਹੜੀਆਂ ਵਿਲਾਤੀ ਨੇ, ਇਹਨਾਂ ਨੂੰ ਉੱਥੇ ਕਾਰਖਾਨੇ 'ਚ ਇਹਨਾਂ ਨੂੰ ਕੱਟਣ ਵਾਸਤੇ ਉੱਥੇ ਮੀਟ ਬਣਾ ਕੇ ਬਾਹਰ ਸਪਲਾਈ ਕਰੋ। ਸਾਡੀ ਪਾਰਟੀ ਨੇ ਵਿਰੋਧ ਕੀਤਾ। ਤੇ ਜੇ ਕੋਈ ਗਾਈਆਂ ਮਾਰੇਗਾ ਪਰਚਾ ਨਹੀਂ ਹੋਣਾ ਉੱਤੇ। ਤੇ ਜਿਹੜਾ ਇਹ ਪਰਚਿਆਂ ਦੀ ਗੱਲ ਕਰਦੇ ਨੇ, ਇਹਨੂੰ ਇਹ ਗੱਲ ਪੁੱਛੋ ਵੀ ਜਦੋਂ ਮੈਂ ਤੁਹਾਡੇ ਪਿੰਡ ਪਲਾਟ ਵੰਡੇ ਨੇ ਤੇ ਇਹ ਸਾਰਾ ਟੱਬਰ ਉੱਥੇ ਪਾਣੀ ਛੱਡ ਦਿੰਦੇ ਸੀ ਤੇ ਡੀਐਸਪੀ ਅਸ਼ੋਕ ਨੂੰ ਇਹਨਾਂ ਗਾਲਾਂ ਕੱਢਤੀਆਂ, ਤੇ ਫਿਰ ਪਰਚਾ ਹੋਣਾ ਨਹੀਂਗਾ। ਜੋ ਇਹ ਕਰਕੇ ਜਿਹੜੀਆਂ ਗੱਲਾਂ ਉਹ ਕਰਦੇ ਨੇ, ਇਹ ਸਾਰਾ ਹਿਸਾਬ ਲੋਕਾਂ 20 ਨੂੰ ਜਿਹੜੇ ਵੋਟਾਂ ਪਾਉਣੀਆਂ ਨੇ ਲੱਗ ਜਾਣਾ ਪਤਾ। ਮੇਰੀਆਂ ਗੱਲਾਂ ਤਾਂ ਲੱਭਦੀਆਂ ਨੇ ਸਾਹਮਣੇ। ਇਹ ਦੱਸਣ ਮੈਡੀਕਲ ਦਾ ਜਿਹੜਾ ਕਾਲਜ ਆਉਂਦੇ ਰਿਕਾਰਡ ਹੈਗਾ ਮੇਰੇ ਕੋਲ, ਉਹ ਦੱਸਣ। ਬਿਲਕੁਲ, ਜਿਸ ਤਰ੍ਹਾਂ ਹੁਣ ਤੁਸੀਂ ਸਹੁੰ ਖਾਣ ਵਾਲਾ ਤੇ ਜਿਹੜਾ ਫਾਰਮ ਉਹ ਵੀ ਦੱਸ ਦਿਆ। ਚਲੋ, ਤੁਸੀਂ ਜਿਸ ਤਰ੍ਹਾਂ ਕਾਂਗਰਸ ਦੀ ਗੱਲ ਕਰ ਰਹੇ ਹੋ, ਪਰ ਇਸ ਵਾਰੀ ਜਿੱਦਾਂ ਮੁਕਾਬਲਾ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੀ ਭਾਈਵਾਲ ਪਾਰਟੀ ਵੀ ਤੁਹਾਡੇ ਨਾਲ ਨਹੀਂ ਹੈਗੀ, ਉਧਰੋਂ ਆਮ ਆਦਮੀ ਪਾਰਟੀ। ਲੋਕ ਕਹਿੰਦੇ ਕਿ ਅੱਛਾ ਇਹ ਦੋ ਰਵਾਇਤੀ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਲਿਆ। ਕੁਝ ਲੋਕ ਇੱਦਾਂ ਕਹਿੰਦੇ ਕਿ ਠੱਗਿਆ ਜਿਹਾ ਮਹਿਸੂਸ ਕਰ ਰਹੇ ਹੋ, ਕਹਿੰਦੇ ਹੁਣ ਆਪਾਂ ਤੀਜੀ ਪਾਰਟੀ ਤੇ ਭਰੋਸਾ ਕਰਦੇ। ਤੇ ਤੀਜੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਨੇ, ਪਹਿਲੀ ਵਾਰ ਵੀ ਤੁਹਾਡੇ ਨਾਲ ਇਲੈਕਸ਼ਨ ਲੜੇ, ਤੁਸੀਂ ਪਹਿਲੀ ਵਾਰ ਵੀ ਉਹਨਾਂ ਨੂੰ ਹਰਾਇਆ। ਹੁਣ ਤੁਹਾਨੂੰ ਚੁਣੌਤੀ ਵੱਡੀ ਕਿਹਦੀ ਲੱਗਦੀ ਹੈ? ਆਮ ਆਦਮੀ ਪਾਰਟੀ ਦੀ ਲੱਗ ਰਹੀ ਹੈ ਕਿ ਬਰਿੰਦਰ ਪਾੜਾ ਹੀ ਲੱਗ ਰਹੇ ਨੇ? ਕਿਉਂਕਿ ਬੀਜੇਪੀ ਵੀ ਇਸ ਵੇਲੇ ਤੁਹਾਡੇ ਨਾਲ ਨਹੀਂ ਹੈਗੀ, ਫਿਰ ਕਿਸਾਨਾਂ ਦੇ ਉਮੀਦਵਾਰ ਵੀ ਮੈਦਾਨ ਦੇ ਵਿੱਚ ਨੇ। ਬੱਬੇ ਹਾਲੀ ਉਹਨਾਂ ਲਈ ਵਿਧਾਨ ਸਭਾ ਦਾ ਰਸਤਾ, ਚੰਡੀਗੜ੍ਹ ਦਾ ਰਸਤਾ ਕਿੰਨਾ ਕੁ ਸੌਖਾ ਇਸ ਵੇਲੇ? ਸਾਨੂੰ ਤੇ ਰਸਤਾ ਤੇ ਮੇਰਾ ਪੈਰੀਂ ਚੜਿਆ ਵੀਰ, ਮੈਂ ਤੇ ਅੱਗੇ ਝਟ ਚੱਲ ਜਾਂਦਾ ਚੰਡੀਗੜ੍ਹ। ਦੋ ਵਾਰੀ ਤਾਂ ਮੈਨੂੰ ਲੋਕਾਂ ਵਿਧਾਨ ਸਭਾ ਭੇਜਤਾ। ਤੇ ਇਹ ਦੋਵੇਂ ਕੈਂਡੀਡੇਟ ਲੋਕਾਂ ਵੇਖੇ ਨੇ 5 ਸਾਲ। ਹੁਣ ਪਾੜੇ ਦਾ ਕੰਮ ਵੀ ਵੇਖ, ਬੈਰੀਅਰ ਵੱਧ ਗਏ ਨਾ। ਫਿਰ ਨਹੀਂ, ਬੈਰੀਅਰ ਨਹੀਂ ਨਾ ਵੱਧ ਗਏ, ਇਹ ਚੰਗਾ ਆ। ਪੋਲੀਟੀਕਲ ਬੰਦਾ ਬੜਾ ਕਿਸਮਤ ਵਾਲਾ ਹੁੰਦਾ, ਜਿਹੜੇ ਸਿਆਸੀ ਦੁਸ਼ਮਣ ਬੇਵਕੂਫ ਹੋਣ ਤੇ ਕਰਪਟ ਹੋਣ। ਕੋਈ ਨਵਾਂ ਆਇੰਦਾ ਤੇ ਭਾਈ ਚੁਣੌਤੀ ਹੁੰਦੀ। ਕੌਣ ਬੇਵਕੂਫ ਤੇ ਕੌਣ ਕਰਪਟ? ਬੇਵਕੂਫ ਇਹ ਬੜਾ ਵੀਰਿੰਦਰ, ਉਹਦੇ ਕਿਹੜੇ ਰਿਕਾਰਡਾਂ ਸੁਣਿਓ, ਜਿਹੜਾ ਇੱਕ ਐਮਐਲਏ ਹੁੰਦਾ, ਉਹ ਲੋਕਾਂ ਦਾ ਆਈਡੀਅਲ ਆ, ਇੱਕ ਰੋਲ ਮਾਡਲ ਆ। ਲੋਕਾਂ ਦੇ ਵੱਲ ਵੇਖ ਕੇ ਆਪਣਾ ਜੀਵਨ ਪੱਧਰ ਚਲਾਉਣਾ। ਉਹਦੀ ਰਿਕਾਰਡਿੰਗ ਵੇਖਿਆ, ਮੇਰੇ ਲੋ ਆਂਦਾ ਨਹੀਂ ਮੈਂ ਬੰਦੇ ਦਾ ਪੁੱਤ ਬਣਾ ਦਿਆਂਗਾ। ਫਿਰ ਆਂਦਾ ਫਲਾਣੇ ਥਾਂ ਆ ਜਾਓ, ਮੈਂ ਉਦਘਾਟਨ ਕਰਨਾ, ਜੇ ਬੰਦੇ ਦਾ ਪੁੱਤ ਤਾਂ ਉੱਥੇ ਆ ਜੇ। ਇਹ ਐਮਐਲਏ ਦੀ ਵੰਡ ਗਿਆ ਕਿ ਇਹ
ਟੱਬਰੀ ਛਦਾਈਆਂ ਦਾ ਕੋਈ ਸਮਝਾਉਣ ਵਾਲਾ ਇਹ ਨਹੀਂ। ਤੇ ਰਮਨ ਹੁਣਾਂ ਨੇ ਫਾਦਰ ਸਾਹਿਬ ਰਹੇ ਨੇ, ਬਹਿਲ ਸਾਹਿਬ, ਤੇ ਇਹ ਬਾਊ ਹੁਣੀ ਵੀ ਰਹੇ ਨੇ ਮਿਸਲ ਕਮੇਟੀ ਦੇ ਪ੍ਰਧਾਨ, ਤੇ ਇਹਨਾਂ ਨੂੰ ਲੋਕੀ ਜਾਣਦੇ ਨੇ। ਤਿੰਨੇ ਹੀ ਬੰਦੇ ਲੋਕਾਂ ਦੇ ਪਰਖੇ ਹੈ ਆਈ, ਕੋਈ ਚੁਣੌਤੀ ਨਹੀਂ। ਚਲੋ ਬੀਜੇਪੀ ਦਾ ਵੀ ਤਾਂ ਉਮੀਦਵਾਰ ਆਊਗਾ, ਬੜੀ ਬੀਜੇਪੀ ਦਾ ਵੀ ਕਾਡਰ ਮੰਨਿਆ ਜਾਂਦਾ ਇੱਥੇ। ਐਮਪੀ ਇੱਥੋਂ ਹਮੇਸ਼ਾ ਬੀਜੇਪੀ ਦਾ ਪਿਛਲੇ ਲੰਬੇ ਸਮੇਂ ਤੋਂ ਚੁਣਦੇ ਜਾ ਰਹੇ ਨੇ ਲੋਕ, ਤਾਂ ਉਹ ਇਸ ਵਾਰੀ ਤੁਹਾਡੇ ਨਾਲ ਨਹੀਂ ਹੈਗੇ। ਤੁਸੀਂ ਕਮੀ ਤਾਂ ਮਹਿਸੂਸ ਕਰੋਗੇ ਉਹਨਾਂ ਦੀ? ਕੋਈ ਕਮੀ ਨਹੀਂ ਮਹਿਸੂਸ। ਬੀਜੇਪੀ ਦੇ ਵੋਟਾਂ ਮੈਨੂੰ ਪਾੜਨੀਆਂ ਨੇ, ਹੁੰਦਾ ਹੱਥ ਸੈਟਿੰਗ ਹੈ ਤੁਹਾਡੀ? ਉਹ ਨਹੀਂ, ਅੰਡਰਸਟੈਂਡਿੰਗ ਨਹੀਂ ਹੈਗੀ। ਉਹ ਤਕੜੀ ਦੇ ਅੱਗੇ ਬਟਨ ਨੱਪਣ ਜੇ ਫੁੱਲ ਤਕੜੀ ਲੜਿਆ ਹੀ ਨਹੀਂ। ਉਹ ਜਦੋਂ ਹੁਣ ਈਵੀਐਮ ਦੇ ਵਿੱਚ ਫੁੱਲ ਤੇ ਆਣਾ ਹੀ ਹੈ ਨਾ ਫਿਰ। ਫੁੱਲ ਆਉਣਾ, ਪਰ ਲੋਕਾਂ ਦਾ ਹੱਥ ਨਹੀਂ ਨਾ ਜਾਣਾ। ਤਕੜੀ ਨੂੰ ਪਾਉਂਦੇ ਰਹੇ ਹਮੇਸ਼ਾ ਹੀ ਵੋਟਾਂ, 3 ਵਾਰੀ ਤੋਂ ਨਾ ਪਾਤੀਆਂ, ਤੇ ਚੌਥੀ ਵਾਰੀ ਮੇਰੀ ਚੋਣ ਆ। ਫੁੱਲ ਕਿੱਥੇ ਲੱਭਣਾ ਮੈਨੂੰ? ਪੂਰਾ ਭਰੋਸਾ ਤੁਹਾਨੂੰ? ਮੈਂ ਨਾ ਗੱਲ ਹੀ ਕੋਈ ਨਹੀਂ ਕਰਨਾ ਇਹਦੇ। ਸੋ ਇਸ ਕਰਕੇ ਕੋਈ ਗੱਲ ਨਹੀਂ। ਆ ਵੇਖੋ, ਜਦੋਂ ਕੈਪਟਨ ਨੇ ਸਹੁੰ ਖਾ ਲਈ ਤੇ ਉਹਨੂੰ ਤਬਾਰ ਨਹੀਂ ਸੀ ਹੁੰਦਾ, ਸ਼ਾਇਦ ਜ਼ਬਾਨੀ ਲੋਕੀ ਨਹੀਂ ਮੰਨਣਗੇ, ਤੇ ਫਿਰ ਨੇ ਲਿਖ ਕੇ ਸਹੁੰ ਖਾਦੀ। ਆ ਵੇਖੋ, ਕੈਪਟਨ ਨੇ ਸਹੁੰ ਚੁੱਕੀ ਤੇ ਹਰ ਘਰ 'ਚ ਨੌਕਰੀ ਪੱਕੀ। ਨਹੀਂ ਚਲੋ, ਉਹ ਤਾਂ ਜੋ ਲਿਖਿਆ ਸੀ ਇਸੇ ਕਰਕੇ ਉਹਨਾਂ ਦੀ ਪਾਰਟੀ ਨੇ ਖੁਦ ਹੀ ਉਹਨਾਂ ਨੂੰ ਸਾਈਡਲਾਈਨ ਕਰਤਾ। ਤੁਸੀਂ ਕਿਹਾ ਤੁਹਾਡੇ ਕੰਮਾਂ ਮਗਰ ਲੋਕ ਕਿਉਂ ਨਹੀਂ ਲੱਗੇ, ਮਤਲਬ ਬੜਾ ਵੱਡਾ ਕਾਰਨ ਆ। ਫਿਰ ਵੇਖੋ, ਆ ਕਿਸਾਨਾਂ ਦੇ ਕਰਜ਼ੇ ਮਾਫੀ ਦੇ ਫਾਰਮ ਭਰ ਲਏ, ਫਿਰ ਆ ਆਇਡੈਂਟੀ ਕਾਰਡ ਬਣਾਤੇ, ਫਿਰ 2500 ਰੁਪਏ ਦੇ ਭੱਤਾ ਦੇਾਂਗੇ। ਜਿਹੜੇ ਇਹ ਫਾਰਮ ਤੁਸੀਂ ਦਿਖਾ ਰਹੇ ਹੋ, ਇਹ ਤਾਂ ਇਹਨਾਂ ਦੀ ਸੱਚਾਈ ਤਾਂ ਸਾਹਮਣੇ ਆ ਗਈ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਕੁਰਸੀ ਤੋਂ ਲੱਥ ਗਏ ਤੇ ਚਰਨਜੀਤ ਸਿੰਘ ਚੰਨੀ ਆ ਗਏ। ਉਹ ਮੈਂ ਵੱਡੇ ਵੱਡੇ ਵਾਅਦੇ ਉਹਨਾਂ ਨੇ ਕਰਤੇ, ਤੇ 10 ਕਰੋੜ ਕੋਈ ਫੜਿਆ ਗਿਆ ਰੇਤ ਦਾ। ਚਲੋ ਉਹ ਹਜੇ ਕਾਰਵਾਈ ਚੱਲ ਰਹੀ, ਜਾਂਚ ਚੱਲ ਰਹੀ। ਤੁਸੀਂ ਆਰੋਪ ਲਾ ਰਹੇ ਹੋ ਕਿ ਉਹਨਾਂ ਦੇ ਭਣੇਵੇਂ ਦੇ ਹੀ ਹੈ, ਉਹਨਾਂ ਦੇ ਆਪਣੇ ਨੇ, ਭਣੇਵੇਂ ਦੇ ਕੋਲੋਂ ਫੜੇ ਗਏ ਨੇ 6 ਕਰੋੜ ਜਾਂ 4 ਕਰੋੜ ਉਹਨਾਂ ਦੇ ਨੇ। ਇਸ ਤਰ੍ਹਾਂ ਦੇ ਫਾਰਮ ਹੁਣ ਗਰੰਟੀਆਂ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਲੈ ਕੇ ਆਈ ਹੈ। ਫਿਰ ਤੁਹਾਨੂੰ ਡਰ ਨਹੀਂ ਲੱਗਦਾ ਕਿ ਹੁਣ ਇਸ ਵਾਰੀ ਤਾਂ ਆਮ ਆਦਮੀ ਪਾਰਟੀ 1000 ਰੁਪਏ ਦਾ ਵੀ ਵਾਅਦਾ ਕਰ ਰਹੀ ਹੈ, ਲੇਡੀਜ਼ ਨੂੰ 1000 ਰੁਪਇਆ ਵੀ ਮਿਲੂਗਾ, ਹੋਰ तमाम ਜਿਹੜੇ ਵਾਅਦੇ ਨੇ ਉਹ ਗਰੰਟੀ ਦੇ ਰਹੇ ਨੇ, ਲਿਖਤੀ ਫਾਰਮ ਦੇ ਵਿੱਚ ਗਰੰਟੀ। ਉਸ ਫਾਰਮਾਂ ਨੂੰ ਫਿਰ ਕਿਵੇਂ ਇਹੀ ਫਾਰਮ ਤੁਹਾਨੂੰ ਪਿਛਲੀ ਵਾਰੀ ਵੀ ਨੁਕਸਾਨ ਪਹੁੰਚਾਇਆ, ਇਸ ਵਾਰੀ ਵੀ ਹੋ ਸਕਦਾ ਕਿ ਉਹ ਗਰੰਟੀਆਂ ਆ ਰਹੀਆਂ ਨੇ, ਫਿਰ ਤੁਹਾਨੂੰ ਨੁਕਸਾਨ ਕਿਉਂ ਨਹੀਂ ਮਹਿਸੂਸ ਹੁੰਦਾ? ਮਹਿਸੂਸ ਇਸ ਕਰਕੇ ਨਹੀਂ ਹੁੰਦਾ ਵੀ ਜਿਹੜਾ ਟੀਮ ਆ, ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ, ਇਹ ਕਾਂਗਰਸ ਦੀ ਹਮਾਇਤ ਨਾਲ ਮੁੱਖ ਮੰਤਰੀ ਬਣਿਆ, ਤੇ ਉਹਨਾਂ ਦੇ ਪੂਰਨੇ ਤੇ ਚੱਲਣ ਡਿਆ ਵੀ ਉਹ ਉਦਾਂ ਦੇ ਫਾਰਮ ਭਰਨ ਲੱਗ ਪਿਆ। ਕਾਂਗਰਸੀ ਦੇ ਅਗੇਂਸਟ ਖੜਾ ਕਰਤਾ। ਰਮਨ ਬਹਿਲੀ ਤੇ ਕਾਂਗਰਸੀ ਹੁੰਦੇ ਸੀਗੇ ਤੇ ਉਹ ਬਰਿੰਦਰ ਪਾੜਾ ਦੇ ਅਗੇਂਸਟ ਹੀ ਖੜੇ ਨੇ। ਤੇ ਫਾਇਦਾ ਹੋਇਆ ਨਾ ਮੈਨੂੰ, ਇਸ ਗੱਲ ਦਾ ਫਾਇਦਾ ਹੋਇਆ। ਫਿਰ ਸੈਟਿੰਗ ਕਿੱਦਾਂ ਹੋ ਗਈ ਉਹਨਾਂ ਦੀ? ਫਿਰ ਫਾਇਦਾ ਤੁਹਾਨੂੰ ਹੋ ਰਿਹਾ ਵੱਡੇ ਲੈਵਲ ਤੇ ਚੋਣ ਮੈਨੀਫੈਸਟੋ ਦੇ ਤੌਰ ਤੇ। ਤੇ ਖਤਰਾ ਇਸ ਕਰਕੇ ਨਹੀਂ ਆਮ ਆਦਮੀ ਕੋਲ ਵੀ ਜਿਹੜੀਆਂ ਗੱਲਾਂ ਉਹ ਪੰਜਾਬ 'ਚ ਕਹਿ ਰਿਹਾ ਉਹ ਦਿੱਲੀ ਲਾਗੂ ਨਹੀਂ ਹੋਈਆਂ। ਜੇ ਉੱਥੇ ਲਾਗੂ ਕਰ ਲੈਂਦਾ ਫਿਰ ਲੋਕਾਂ ਕਹਿਣਾ ਸੀ ਠੀਕ ਆ। ਇਹ ਤੇ ਰੱਬ ਨਾ ਕਰੇ ਕਿ ਉਹੋ ਜਿਹੀ ਗੱਲ ਹੋਏ, ਤੇ ਮੁਲਾਜ਼ਮ ਇਸ ਕਰਕੇ ਸਾਡੇ ਨਾਲ ਨੇ, ਉਹ ਕਹੇਗਾ ਦਿੱਲੀ ਪੈਟਰਨ ਤੇ ਇਹਨਾਂ ਨੂੰ ਤਨਖਾਹਾਂ ਦੇਣੀਆਂ ਨੇ। ਸਾਰਾ ਕਰ ਲਓ ਕੰਪੈਰੀਜ਼ਨ, ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਲੀ ਨਾਲੋਂ ਕਿਤੇ ਵੱਧ ਨੇ। ਇੱਕ ਕੇਜਰੀਵਾਲ ਦੀ ਗੱਲ ਤਾਂ ਨਹੀਂ ਚੱਲਣੀ। ਇੱਥੇ ਕਹਿੰਦਾ ਮੈਂ 300 ਯੂਨਿਟ ਮਾਫ ਕਰਾਂਗਾ ਬਿਜਲੀ ਦਾ, ਤੇ ਦਿੱਲੀ ਰੇਟ ਪਾਉਣ ਡਿਆ ਕੋਰਟ ਦੇ ਵਿੱਚ, ਥਰਮਲ ਪਲਾਂਟ ਬੰਦ ਕਰੋ ਵੀ ਉੱਥੇ ਧੂੰਆਂ ਆਉਂਦਾ। ਇੱਕ ਉਹਦਾ ਝੂਠ ਨਹੀਂ ਚੱਲਣਾ, ਇਸ ਕਰਕੇ ਉਹਦਾ ਵੀ ਕੋਈ ਖਤਰਾ ਨਹੀਂ ਗਾ। AGM ਮਾਲ ਨੂੰ ਲੈ ਕੇ ਬੜੀ ਚਰਚਾ ਰਹਿੰਦੀ ਹੈ ਗੁਰਦਾਸਪੁਰ ਦੇ ਵਿੱਚ। ਕਹਿੰਦੇ ਇਹ ਮਾਲ ਆ ਰਿਹਾ ਸੀ, PVR ਵੀ ਖੁੱਲ੍ਹਣਾ ਸੀ, ਲੋਕਾਂ ਦਾ ਐਂਟਰਟੇਨਮੈਂਟ ਹੋਣਾ ਸੀ। ਸ਼ਾਇਦ ਇਸੇ ਕਰਕੇ ਲੋਕ ਹਰ ਵਾਰੀ ਕਿਸੇ ਸਟਾਰ ਨੂੰ MP ਬਣਾ ਦਿੰਦੇ ਨੇ, ਕਿਉਂਕਿ ਫਿਲਮਾਂ ਤਾਂ ਇੱਥੇ ਦਿਖਦੀਆਂ ਨੇ ਲੋਕਾਂ ਨੂੰ ਥੀਏਟਰਾਂ ਦੇ ਵਿੱਚ। ਤਾਂ ਉਹ AGM ਮਾਲ ਦਾ ਕੀ ਮਸਲਾ ਕੀ ਹੈ? ਕਿਵੇਂ ਅੜ ਗਿਆ ਮਾਲ? ਚੱਲਿਆ ਨਹੀਂ ਹਜੇ? ਕੀ ਇਹ ਸਿਆਸੀ ਜਿਹੜੀ ਰੰਜਿਸ਼ ਕਰਕੇ ਉਹ ਮਾਲ ਬੰਦ ਹੋ ਗਿਆ, ਜਾਂ ਜੋ ਜਿਸ ਤਰ੍ਹਾਂ ਬਰਿੰਦਰ ਪਾੜਾ ਆਰੋਪ ਲਾਉਂਦੇ, ਕਹਿੰਦੇ ਕਿ ਜ਼ਮੀਨ ਤੇ ਜ਼ਿਆਦਾ ਕਬਜ਼ਾ ਹੋ ਗਿਆ ਸੀ, ਨਕਸ਼ਾ ਘੱਟ ਦਾ ਪਾਸ ਸੀ, ਜੋ ਐਕਚੁਅਲ ਦੇ ਵਿੱਚ ਥਾਂ ਹੈ ਉਹ ਜ਼ਿਆਦਾ ਹੈ? ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ। ਜਿਹੜਾ ਤੇ ਮੇਰਾ ਨਕਸ਼ਾ ਆਂਦਾ ਉਹ ਤਾਂ ਲੋਕਾਂ ਦੇ ਸਾਹਮਣੇ ਆ ਵੀ ਪਹਿਲਾਂ 40 ਸਾਲ ਤੋਂ ਹੁਣ ਤਾਂ ਨਵਾਂ ਚੱਲਿਆ ਨਹੀਂ। ਤੇ ਉਹਨੂੰ ਪੁੱਛ ਤੇਰੀਆਂ ਕੋਠੀਆਂ ਦੇ ਕਬਜ਼ੇ ਨੇ ਵਕਫ ਬੋਰਡ ਦੇ, ਪਿਓ ਵਾਲੀ ਰਜਿਸਟਰੀ ਦੱਸ ਦੇ, ਕੋਈ ਮਾਲਕੀ ਦੱਸ ਦੇ। 10 ਕਰੋੜ ਰੁਪਇਆ ਲਾਤਾ, ਤੇ 6 ਕਿੱਲੇ ਇਹਨਾਂ ਕੋਲ ਜ਼ਮੀਨ ਸੀ, 4 ਨਾਲ ਟਿਕਟ ਲਿਆਉਣ ਲਈ ਵੇਚਤੀ, ਤੇ 2 ਕਿੱਲੇ ਪੈਲੀ ਰਹਿ ਗਈ। ਰਿਕਾਰਡ ਆ ਜਾਂਦਾ ਤੁਹਾਡੇ ਕੋਲ? ਮੈਂ ਕਿਹਾ ਰਿਕਾਰਡ ਕੱਢ ਰੱਖ ਦਿਆਂਗਾ। ਇਹ ED ਵਾਲੇ ਆਏ ਜਾਣੇ ਇਹਨਾਂ ਦੇ ਘਰ ਵੀ ਕਿਸੇ ਵੇਲੇ ਪਹੁੰਚਾਤਾ ਤਾਂ ਮੈਂ ਉੱਥੇ। ਤੁਸੀਂ ਇਨਫਾਰਮਰ ਗੁਰਦਾਸਪੁਰ ਲਈ, ਤੁਸੀਂ ਇਨਫਾਰਮਰ ਹੋ ED ਦੇ? ਬਿਲਕੁਲ ਇਨਫਾਰਮ ਕਰਦਾ। ਮੈਂ SSP ਨੂੰ ਰਿਕਾਰਡ ਦੇ ਕੇ ਆਇਆ, ਜਾਂ ਨਹੀਂ ਅਫਸਰਾਂ 'ਚ ਆ ਜਾਣੇ, ਮੈਂ ਹੀ ਲਾਉਣੇ ਨੇ SSP ਗਾੜੀ, ਵੇਖਿਓ ਬਣਦਾ ਕੀ ਆ। ਤੇ 6 ਕਿੱਲੇ ਜ਼ਮੀਨ ਰੋਬ ਲਾਉਂਦੇ, ਕਹਿੰਦੇ ਜਦੋਂ ਤੁਸੀਂ ਸੀਗੇ ਉਦੋਂ ਧੱਕੇਸ਼ਾਹੀ ਬੜੀ ਹੁੰਦੀ ਸੀਗੀ। ਦੱਸਣ ਧੱਕੇਸ਼ਾਹੀ ਕਿਹੜੀ ਆ? ਪਰਚੇ ਤੁਸੀਂ ਬੜੇ ਕਰਾਏ ਇਸੇ ਤਰ੍ਹਾਂ। ਤੈਨੂੰ ਦੱਸਿਆ ਪਲਾਟ ਨਹੀਂ ਵੰਡਣਾ ਗਰੀਬਾਂ ਨੂੰ, ਇਹ ਪਾਣੀ ਛੱਡ ਦਿੰਦਾ ਸੀ। ਕਬਜ਼ਾ ਸੀ ਇਹਦਾ 14 ਕਨਾਲ ਥਾਂ ਤੇ, ਛਡਾਇਆ ਮੈਂ ਪੰਚਾਇਤ ਕੋਲ, ਇਹ ਫਿਰ ਪਾਣੀ ਛੱਡ ਦਿਲ ਪਿਆਈ ਤੇ ਉਹ ਕਨਾਲ ਵਾਲੀ ਆਪਾਂ 6 ਕਿੱਲੇ ਤੋਂ 4 ਕਿੱਲੇ ਤੁਸੀਂ ਕਹਿੰਦੇ ਕਿ ਟਿਕਟ ਲਈ ਪੈਲੀ 4 ਨਾਲ ਵੇਦੀ ਟਿਕਟ ਲਿਆਉਣ ਦੀ, ਕਿੱਲੇ ਰਹਿ ਗਏ 2। ਇਹਨੂੰ ਪੁੱਛੋ 10 ਕਰੋੜ ਰੁਪਇਆ ਕੋਠੀਆਂ ਤੇ ਲਾਇਆ, ਪੈਸੇ ਕਿੱਥੋਂ ਆਏ ਨੇ? ਇੱਕ ਦੂਜੀ ਗੱਲ ਇਹ ਆ ਵੀ ਵਕਫ ਬੋਰਡ ਦੇ ਥਾਂ ਤੇ ਕਬਜ਼ਾ ਕੀਤਾ, ਧੱਕੇ ਨਾ ਕੀਤਾ। ਹੁਣ ਫਿਰ ਕਈ ਪਲਾਟ ਵਾਲੇ ਨੇ ਜਿਹੜੀ ਨਾ ਪਾਰਕਿੰਗ ਗਾੜੀ ਬਣਾਈਆਂ ਨਾ, ਉਹ ਗਰੀਬਾਂ ਕੋਲ ਇਹਨਾਂ ਵਲਡੇ ਨੇ ਧੱਕੇ ਨਾਲ।
ਰੋਏ ਨੇ ਮੇਰੇ ਕੋਲ ਬੰਦੇ ਆਣ ਕੇ। ਤੇ ਮੈਂ ਫਿਰ ਪਿੱਛੇ ਪੁੱਛਿਆ ਸੀ ਜਿਹੜੀ ਗੱਲ ਤੁਸੀਂ ਨਹੀਂ ਕਰ ਰਹੇ ਵੀ ਤੁਸੀਂ ਮੇਰੇ ਖਿਲਾਫ ਪ੍ਰਚਾਰ ਕੀਤਾ ਵੀ ਇਹ ਜਿਹੜਾ ਏਜੀਐਮ ਮਾਲ ਆ ਜੀ ਇਹਨੇ ਕਰਪਸ਼ਨ ਦੇ ਪੈਸੇ ਨਾਲ ਬਣਾਇਆ ਤੇ ਬੰਦ ਤੇ ਕੈਂਸਲ ਹੋ ਗਿਆ, ਈਓ ਨੂੰ ਕਿਹਾ ਤਾਂ ਐਨਓਸੀ ਕੈਂਸਲ ਹੋ ਗਈ ਤੇ ਤੁਹਾਡੇ ਮੈਂ ਖਿਲਾਫ ਆ, ਆਪੋਜੀਸ਼ਨ 'ਚ ਮੈਂ, ਜਿਹੜੇ ਦਾ ਮੈਂ ਅਕਾਲੀ ਦਲ ਦਾ ਪ੍ਰਧਾਨ ਆ। ਤੁਸੀਂ ਇਨਕੁਆਇਰੀ ਕਰੋ ਪੈਸੇ ਕਿੱਥੋਂ ਆਏ ਨੇ, ਕੋਈ ਜਵਾਬ ਨਹੀਂ। ਬੰਦ ਤੇ ਹੋ ਹੀ ਗਿਆ, ਫਿਰ ਉਹ ਅੱਗੇ ਕੋਈ ਇਨਕੁਆਇਰੀ ਦੀ ਲੋੜ। ਇਨਕੁਆਇਰੀ ਜਦੋਂ ਇਨਕੁਆਇਰੀ ਕਿਸੇ ਲੀਡਰ ਦੇ ਮਗਰ ਚੜ੍ਹਨੇ ਆ, ਮੈਂ ਕਰਾਉਣੀਆਂ ਨੇ ਇਹਨਾਂ ਦੀਆਂ, ਇਹਦੇ ਕਿੱਥੋਂ ਪੈਸੇ ਆਏ ਨੇ ਤੇ ਕਰਨ ਗੱਲ ਨੰਗੀ, ਇਹ ਨੰਗੀ ਗੱਲ ਕਰਨਾ ਵੀ ਪੈਸੇ ਕਿੱਥੋਂ ਆਏ ਨੇ। ਮੈਂ ਪਿੱਛੇ ਇੱਕ ਵੀਡੀਓ ਪਾਈ, ਮੈਂ ਨਹੀਂ ਪਹਿਲਾਂ ਬੋਲਦਾ, ਪਹਿਲੇ 3 ਸਾਲ ਦੀ ਮੈਂ ਬੋਲਿਆ, ਰੋਜ਼ ਕਹਿਣਾ ਜੀ ਇਹ ਕਰਪਸ਼ਨ ਦਾ ਮਾਲ ਬਣ ਗਿਆ ਜੀ, ਕਰਪਸ਼ਨ ਦਾ ਮਾਲ ਬੋਲਿਆ, ਲੋਕੀ ਕਹਿੰਦੇ ਡਰਦਾ। ਮੈਂ ਕਿਹਾ ਮੈਂ ਡਰਦਾ ਨਹੀਂ, ਸਾਡਾ ਤਜਰਬਾ ਆ ਵੀ ਜਦੋਂ ਵਿਰੋਧੀ ਦੇ ਖਿਲਾਫ ਬੋਲਾਂਗੇ ਉਹਦੇ ਨੁਕਸ ਕੱਢਣੇ ਪੈਂਦੇ ਨੇ ਤੇ ਇੱਕ ਸਪੀਡ ਬ੍ਰੇਕਰ ਬਣ ਕੇ ਇਹਨੂੰ ਸਮਝਾਈਏ ਨਾ ਵੀ ਕਾਰ ਵਧੀਆ ਚਲਾ, ਬੋਲਣ ਦਿਓ। ਫਿਰ ਬਹੁਤਾ ਬੋਲਣ ਲੱਗ ਪਏ। ਮੈਂ ਫਿਰ ਇਹ ਗੱਲ ਕਹੀ ਵੀ ਸਾਡਾ ਕਠੂਏ ਵੀ ਸਿਨੇਮਾ ਸੀ, ਸਾਡਾ ਕਾਦੀਆਂ ਵੀ ਸਿਨੇਮਾ ਸੀ। ਧਾਰੀਵਾਲ ਗੈਸ ਏਜੰਸੀ 8899 ਜਦੋਂ ਕਿਸੇ ਨੂੰ ਗੈਸ ਸਿਲੰਡਰ ਨਹੀਂ ਲੱਭਦਾ, 10,000 ਟਨ ਦੇ ਘਰਾਲੇ ਗੋਦਾਮ ਸੀ ਐਫਸੀਆਈ ਦੇ। ਜਦੋਂ ਮੈਂ ਮਾਲ ਸ਼ੁਰੂ ਕੀਤਾ 4.5 ਕਰੋੜ ਦੀ ਪਾਈ ਵੇਚੀ ਮੈਂ ਮੁਸਤਾਬਾਦ। ਮੈਂ ਗੱਲ ਰਿਕਾਰਡ ਤੋਂ ਬਗੈਰ ਕਦੀ ਨਹੀਂ ਕਰਦਾ, ਉੱਥੇ ਜਾ ਕੇ ਪਤਾ ਕਰ ਲਓ। 9 ਕਿੱਲੇ ਪੈਲੀ ਮੈਂ ਪਹਿਲਾਂ ਵੇਚੀ ਜਿੱਥੇ ਲੀਚੀ ਦਾ ਬਾਗ ਹੀ ਸਾਡਾ ਸਟੇਡੀਅਮ ਦੇ ਲਾਗੇ ਛਿੰਝ ਲੱਗ ਰਹੀ ਬੱਬੇ ਵਾਲੀ। ਸਾਰੇ ਪੈਸੇ ਪੂਹੇ ਇਕੱਠੇ ਕਰਕੇ 12 ਕਿੱਲੇ ਪੈਲੀ ਮੈਂ ਵੇਚੀ ਛੌੜੀਆਂ, ਲੀਜ ਤੇ ਹੀ ਮੇਰੇ ਕੋਲ, ਉਹ ਮੈਂ ਗਾਂ ਲੀਜ ਤੇ ਦੇ ਦਿੱਤੀ। ਸਾਰੇ ਪੈਸੇ ਪੂਹੇ ਇਕੱਠੇ ਕਰਕੇ ਅਸੀਂ ਸਿਨੇਮਾ ਆਪਣਾ ਮਲਟੀ ਕੰਪਲੈਕਸ ਬਣਾਤਾ, ਉਹਨੂੰ ਢਾਹ ਕੇ 15 ਕਰੋੜ ਤੇ ਲੋਨ ਲਿਆ। ਤੇ ਮੈਂ ਕਿਹਾ ਤੁਸੀਂ ਇਨਕੁਆਇਰੀ ਕਰੋ ਪੈਸੇ ਕਿੱਥੋਂ ਆਏ ਨੇ, ਕੋਈ ਜਵਾਬ ਨਹੀਂ। ਤੇ ਮੈਂ ਜਿਹੜੀ ਤੁਸੀਂ ਕੋਠੀਆਂ ਬਣਾਈਆਂ ਨੇ ਤੇ ਤੁਸੀਂ ਜਵਾਬ ਦਿਓ ਵੀ ਤੁਹਾਡੇ ਕੋਲ ਕਿੱਥੇ ਪੈਸੇ, ਕਿਹੜੀ ਆਮਦਨ ਹੈ ਤੁਹਾਡੇ ਕੋਲ। ਤੇ ਗਾੜੀ ਪ੍ਰੈਸ ਵਾਲੀ ਜਿੱਦਾਂ ਹੁਣ ਤੂੰ ਸਵਾਦ ਲਾਉਣ ਡਿਆ, ਸਾਡਾ ਕੰਮ ਸਵਾਲ ਕਰਨਾ। ਸਵਾਲ ਮੈਨੂੰ ਲੱਗਦਾ ਤੁਸੀਂ ਆਰੋਪ ਲੈ ਕੇ ਲਾ ਕੇ ਸਵਾਦ ਤਾਂ ਤੁਸੀਂ ਲਾ ਰਹੇ ਹੋ, ਤੇ ਉਹ ਫਿਰ ਸਵਾਦ ਆਪਾਂ ਕਦੋਂ ਸਵਾਲ। ਤੇ ਉਹਨੇ ਫਿਰ ਪ੍ਰੈਸ ਵਾਲੇ ਸਵਾਦ ਲਾਉਂਦੇ ਮੇਰੀਆਂ ਗੱਲਾਂ ਗੁੱਲਾਂ ਸੁਣ ਕੇ ਤੇ ਫਿਰ ਪੜ੍ਹੇ ਕੋ ਚੱਲ ਗਏ। ਆਂਦੇ ਵੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਤੁਸੀਂ ਕੋਠੀਆਂ 10-10 ਕਰੋੜ ਲਾਤਾ, ਮਨ ਸਵਾਨੀ ਕਦੀ ਗੱਡੀ ਲੈਣ ਦੇ, ਇਹ ਨਾ ਕੋਈ ਟੁੱਟਾ ਸਾਈਕਲ ਹੁੰਦਾ ਸੀ ਤੇ ਪਿਓ ਇਹਨਾਂ ਦਾ ਦੁੱਧ ਦਿੰਦਾ ਰਿਹਾ ਸ਼ਹਿਰ। ਹੁਣ ਕਈ ਥਾਰ ਲੈ ਆਉਂਦੇ ਨੇ, ਕਈ ਨੋਵਾ ਲੈ ਆਂਦੀ, ਸਾਰੇ ਟੱਬਰ ਨੇ ਵੱਖੋ ਵੱਖ ਗੱਡੀਆਂ ਰੱਖੀਆਂ ਨੇ। ਤੇ ਉਹ ਕਹਿਣ ਦਾ ਮੇਰਾ ਮਤਲਬ ਇਹ ਆ। ਤੇ ਉਹ ਫਿਰ ਪ੍ਰੈਸ ਵਾਲੇ ਪੁੱਛਦੇ ਵੀ ਤੁਸੀਂ ਦੱਸੋ ਜੀ ਤੁਹਾਡੀ ਇਹ ਜਾਇਦਾਦ ਕਿੱਥੋਂ ਬਣੀ ਆ। ਤੇ ਕਹਿੰਦੇ ਅਸੀਂ 10 ਦੀ ਕਿਰਤ ਆ, ਅਸੀਂ ਉੱਥੋਂ ਬਣਾਈਆਂ ਨੇ। ਮੈਂ ਤੁਸੀਂ ਕਿਹੜੇ ਸਟੀਲ ਦੇ ਨਾਂ ਪਾਏ ਨੇ, ਮੈਂ ਵੀ ਪਵਾ ਰਿਹਾ ਵਰਕਰਾਂ ਨੂੰ ਇਹਦੇ ਨਾਂ। ਤੁਸੀਂ ਐਡੀ ਗੱਲ ਚੱਲ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਇੰਨੀ ਕੁਝ ਤੁਹਾਨੂੰ ਵੇਚ ਕੇ ਜਾਂ ਤੁਸੀਂ ਜਿਹੜਾ ਪ੍ਰੋਜੈਕਟ ਲਿਆ ਰਹੇ ਸੀਗੇ ਕਿ ਵਪਾਰ ਦੇ ਵਿੱਚ ਅੱਗੇ ਤੁਸੀਂ ਜੋ ਵੀ ਤੁਹਾਡਾ ਪ੍ਰੋਜੈਕਟ ਸੀਗਾ ਮਾਲ ਲਿਆ ਰਹੇ ਸੀ, 15 ਕਰੋੜ ਦਾ ਲੋਨ ਲੈ ਲਿਆ ਤੇ ਜਦੋਂ ਦਾ ਉਹ ਬੰਦ ਪਿਆ ਇਸ ਤਰ੍ਹਾਂ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਹੈਗਾ, ਤੁਹਾਨੂੰ ਨੁਕਸਾਨ ਹੀ ਹੋ ਰਿਹਾ ਹੋਏਗਾ ਇਸ ਵੇਲੇ। ਕੋਈ ਨੁਕਸਾਨ ਨਹੀਂ, ਵੇਖੋ ਗੱਲ ਆ, ਮੈਂ ਸਾਦਾ ਕਿਸਾਨ ਆ, ਮੇਰੇ ਕੋਲ ਵਾਧੂ ਖਰਚੇ ਨਹੀਂ, ਕੋਈ ਲਾਇਬਿਲਟੀ ਨਹੀਂ, ਬੱਚੇ ਵਿਆਹੇ ਨੇ, ਚੱਲਣ ਲਈ ਇੱਕ ਗੱਡੀ ਚਾਹੀਦੀ ਆ ਤੇ ਜ਼ਿੰਦਗੀ 'ਚ ਕੀ ਹੁੰਦਾ ਵੀ ਮਕਾਨ ਵਧੀਆ ਬਣ ਜੇ। ਉਹ ਬਣਿਆ ਮਕਾਨ ਬੜਾ ਵਧੀਆ ਐਡੀਸ਼ਨ, ਵਧੀਆ ਮਕਾਨ ਬਣਾਇਆ ਹੈ ਤੇ ਰਹਿਣ ਦਾ ਯਾਰ ਮਾਨਣਾ। ਸਮਝ ਲਾਂਗੇ 5 ਸਾਲ ਇਹ ਜੇ ਮੈਂ ਬਾਅਦ 'ਚ ਸ਼ੁਰੂ ਕਰਦਾ ਤੇ ਫਿਰ ਕੀ ਹੋਣਾ ਸੀ ਜੇ ਬੰਦ ਰਹਿ ਗਿਆ। ਮੈਨੂੰ ਲੱਗਦਾ ਜੇ ਲੋਕਾਂ ਨੇ ਤੁਹਾਨੂੰ ਵਿਧਾਇਕ ਬਣਾਤਾ ਤੇ ਸਭ ਤੋਂ ਪਹਿਲਾ ਪ੍ਰੋਜੈਕਟ ਉਹ ਚੱਲੂਗਾ। ਬਿਲਕੁਲ, ਜਦੋਂ ਮੇਰੀ 10,000 ਤੋਂ ਲੀਡ ਵੱਧ ਚੱਲ ਗਈ ਉਹ ਜਿੰਦੇ ਖੋਲ ਦਿਆਂਗਾ ਉਸੇ ਵੇਲੇ। ਔਰ ਮੇਰਾ ਨਾਰਾ ਹੀ ਇਹ ਆ ਵੀ ਜਿਹੜਾ ਇਹ ਮਾਲ ਆ ਇਹ ਲੋਕਾਂ ਦਾ ਆ। ਤੁਹਾਡੇ ਪਰਸਨਲ ਮੈਨੀਫੈਸਟੋ 'ਚ ਏਜੀਐਮ ਵੀ ਹੈਗਾ। ਬਿਲਕੁਲ ਹੈਗਾ। ਲੋਕਾਂ ਨਾਲ ਧੱਕਾ ਹੋਇਆ ਬੜਾ, ਲੋਕਾਂ ਨੂੰ ਨੁਕਸਾਨ ਹੋ ਰਿਹਾ। ਹਰ ਪਰਿਵਾਰ ਦਾ ਜਿਹੜੇ ਲੋਕੀ ਸ਼ੌਕ ਰੱਖਦੇ ਨੇ ਪਿਕਚਰਾਂ ਵੇਖਣ ਦੇ, ਮਾਰਕੀਟਿੰਗ ਕਰਨ ਦੇ, ਉਹ ਦੂਜੇ ਸ਼ਹਿਰਾਂ 'ਚ ਵੀਰ ਜਾਂਦੇ ਨੇ ਤੇ ਉਹਨਾਂ ਦਾ 10-15 ਹਜ਼ਾਰ ਰੁਪਇਆ ਮਹੀਨੇ ਦਾ ਨਜਾਇਜ਼ ਜਾਣ ਡਿਆ। ਟੂਲ ਟੈਕਸ ਪੈਂਦਾ, ਤੇਲ ਲੱਗਦਾ, ਉੱਥੇ ਜਾ ਕੇ ਖਾਣਾ ਪੀਣਾ ਪੈਂਦਾ। ਇੱਥੇ ਬੱਚੇ ਆਉਂਦੇ ਹੀ ਭਾਵੇਂ ਪਰਿਵਾਰ ਦੇ ਮੁਖੀ ਦਾ ਪ੍ਰੋਗਰਾਮ ਨਾ ਵੀ ਹੋਏ, ਚੁੱਪ ਕਰਕੇ ਜਾ ਕੇ ਵੇਖ ਕੇ ਤੇ ਪਿਕਚਰ ਵਾਪਸ ਚੱਲ ਜਾਂਦੇ। ਚਲੋ ਪਿਕਚਰ ਨਹੀਂ ਇੱਥੇ ਦੇਖੀ ਜਾਂਦੀ, ਤੁਸੀਂ ਕਹਿੰਦੇ ਦੂਰ ਦੂਰ ਜਾਣਾ ਪੈਂਦਾ ਗੁਰਦਾਸਪੁਰ ਦੇ ਲੋਕਾਂ ਨੂੰ, ਸਾਰੇ ਲੋਕ ਜਾਂਦੇ, ਤੁਸੀਂ ਕਹਿੰਦੇ ਮਾਲ ਨਹੀਂ ਹੈਗਾ। ਇਹਨਾਂ ਨੇ ਤਾਈਓ ਤਾਂ ਸੰਨੀ ਦਿਓਲ, ਕਦੇ ਵਿਨੋਦ ਖੰਨਾ, ਵੱਡੇ ਵੱਡੇ ਚਿਹਰੇ ਲੈ ਕੇ ਆਉਂਦੇ ਕਿ ਚੱਲ ਫਿਲਮਾਂ 'ਚ ਨਹੀਂ ਦਿਖਣਾ, ਆਪਾਂ ਤਾਂ ਰਿਐਲਿਟੀ 'ਚ ਦੇਖਿਆ ਕਰਾਂਗੇ। ਤੁਸੀਂ ਵੀ ਬੜਾ ਪ੍ਰਚਾਰ ਕੀਤਾ ਸੰਨੀ ਦਿਓਲ ਦਾ, ਹੁਣ ਤਾਂ ਸੰਨੀ ਦਿਓਲ ਵੀ ਨਹੀਂ ਦਿਖ ਰਹੇ। ਚਲੋ ਨਹੀਂ ਦੇਖਦਾ ਤੇ ਉਹ ਹੁਣ ਬੀਜੇਪੀ ਨੂੰ ਨੁਕਸਾਨ ਹੋ, ਮੈਨੂੰ ਕਾਹਦਾ ਨੁਕਸਾਨ ਆ। ਉਹ ਬੰਦਾ ਪ੍ਰਚਾਰ ਤਾਂ ਤੁਸੀਂ ਵੀ ਨਾਲ ਕੀਤਾ ਹੀ ਹੈ, ਗੱਡੀ ਤੁਸੀਂ ਸਮਝਾਉਂਦੇ ਸੀਗੇ। ਸੰਨੀ ਦਿਓਲ ਵੇਖੋ ਮਤਲਬ ਇੱਕ ਹੀਰੋ ਆ ਤੇ ਉਹ ਪੰਜਾਬ ਦਾ ਰਹਿਣ ਵਾਲਾ, ਉਹਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਉਹਦੇ ਆਏ ਸੰਨੀ ਦਿਓਲ ਤਾਂ ਉਦੋਂ ਵੀ ਨਹੀਂ ਆਏ ਜਦੋਂ ਤੁਸੀਂ ਤੁਹਾਡੀ ਸਾਂਝ ਸੀਗੀ, ਉਦੋਂ ਵੀ ਨਹੀਂ ਆਏ। ਇਹ ਹੁਣ ਤਾਂ ਤੁਸੀਂ ਅਲੱਗ ਹੋ ਗਏ ਤਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦਾ ਨੁਕਸਾਨ ਹੈ, ਪਰ ਜਦੋਂ ਤੁਹਾਡੀ ਸਾਂਝ ਸੀਗੀ ਉਦੋਂ ਵੀ ਤਾਂ ਨਹੀਂ ਨਾ ਆਉਂਦੇ ਸੀਗੇ। ਚਲੋ ਵੇਖੋ ਗੱਲ ਆ ਵੀ ਮੇਰਾ ਸੁਭਾਅ ਵੀ ਜਿੰਨਾ ਮੈਂ ਚਾਹ ਵੀ ਪੀਦਾ ਨਾ ਇਕੱਠੀ, ਮੈਂ ਉਹਦੇ ਕਦੀ ਖਿਲਾਫ ਨਹੀਂ ਬੋਲਦਾ ਹੁੰਦਾ। ਇਹ ਪੜ੍ਹੇ ਹੀ ਨੇ ਜਿਹੜੇ ਮੇਰੇ ਕੋਲ ਆਣ ਕੇ ਉੱਥੇ ਬਹਿੰਦੇ ਰਹੇ ਨੇ ਵੀ ਸਾਡੇ ਕੰਮ ਕਰਾ ਦਿਓ, ਤਾਂ ਮੇਰੇ ਖਿਲਾਫ ਬੋਲਦੇ ਫਿਰਦੇ ਨੇ। ਪੁੱਛੋ ਮੇਰੇ ਕੋਲ ਆਉਂਦੇ ਰਹੇ ਨਹੀਂ ਆਉਂਦੇ ਰਹੇ। ਜਦੋਂ ਇਹਨਾਂ ਨੇ ਉੱਥੇ ਆਪਣੇ ਮਹੱਲੇ 'ਚ ਭਿੰਦੇ ਨਾਰਾਇਣ ਕੋਟੀਆਂ ਨਾਲ ਲੜਾਈ ਕਰ ਲਈ ਸੀ ਤੇ ਪ੍ਰਤਾਪ ਬਾਜਵਾ ਧੱਕੀ ਫਿਰਦਾ, ਇਹਨੇ ਪਰਚਾ ਕਰਾਇਆ। ਪੁੱਛੋ ਕੈਂਸਲ ਕਿੰਨੇ ਕਰਾਇਆ ਸੀ, ਛਡਾਇਆ ਕਿ ਨਹੀਂ। ਪਰ ਅਸੀਂ ਤੇ ਜਿਹਦੇ ਨਾਲ ਇੱਕ ਵਾਰੀ ਬਹਿ ਜਾਈਏ ਵੀ ਅਸੀਂ ਉਹਦੇ ਖਿਲਾਫ ਸੰਨੀ ਦਿਓਲ ਦੇ
ਵਧੀਆ ਬੰਦਾ, ਵੇਖੋ ਕਿੰਨੀ ਵਧੀਆ ਬਾਡੀ ਬਣਾਈ ਆ ਉਹਨੇ, ਮਾਦਾ ਡਾਈਆਂ ਉਹ ਠੀਕ ਆ। ਸਿਆਸੀ ਤੌਰ ਤੇ ਨਹੀਂ ਆਇਆ ਤੇ ਆਪੇ ਮੁੱਕ ਗਿਆ ਕੰਮ ਉਹਦਾ। ਇਹ ਫੁੱਲ ਵਾਲੀ ਜਾਣ ਤੇ ਸਨੀ ਦਿਓ ਜਾਣੇ। ਬਿਲਕੁਲ, ਸਾਡੇ ਸਹਿਯੋਗੀ ਰੋਹਿਤ ਮਹਾਜਨ ਤੁਹਾਡੇ ਨਾਲ ਸਵਾਲ ਕਰਨਾ ਚਾਹੁੰਦੇ ਨੇ। ਸੋ ਸਭ ਤੋਂ ਪਹਿਲੇ ਬੱਬੀ ਅਲੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਔਰ ਆਪਾਂ ਜੇ ਹੁਣ ਗੱਲ ਕਰੀਏ ਤਾਂ ਗੁਰਦਾਸਪੁਰ 'ਚ ਰਹਿੰਦੇ ਹੋਏ ਅਕਸਰ ਇਹ ਦੇਖਣ ਨੂੰ ਮਿਲਦਾ ਕਿ ਯੁਵਾ ਜਿਹੜਾ ਕਿਤੇ ਨਾ ਕਿਤੇ ਭਟਕਦਾ ਜਾ ਰਿਹਾ, ਉਹਨਾਂ ਲਈ ਤੁਸੀਂ ਮਾਲ ਤਾਂ ਖੋਲ੍ਹ ਦਿੱਤਾ ਸੀਗਾ। ਅੱਜ ਕੱਲ੍ਹ ਇੱਕ ਸੋਸ਼ਲ ਮੀਡੀਆ ਵਾਰ ਬਹੁਤ ਚੱਲ ਰਹੀ ਹੈ, ਕਦੀ ਬੱਬੇ ਅਲੀ ਸਾਹਿਬ ਐਕਟਿਵ ਰਹਿੰਦੇ ਨੇ, ਕਦੀ ਪਾੜਾ ਸਾਹਿਬ ਐਕਟਿਵ ਰਹਿੰਦੇ ਨੇ। ਇਹ ਕੀ ਸਿਲਸਿਲਾ ਲਗਾਤਾਰ ਚੱਲਦਾ ਜਾ ਰਿਹਾ ਔਰ ਲੋਕ ਕਿਤੇ ਨਾ ਕਿਤੇ ਗੁਰਦਾਸਪੁਰ 'ਚ ਕੰਟਰੋਵਰਸੀ ਬੜੀ ਹੈ ਇਸ ਚੀਜ਼ ਦੀ ਚੱਲ ਨਹੀਂ ਵੇਖੋ, ਕੋਈ ਕੰਟਰੋਵਰਸ਼ਨ ਨਹੀਂ ਗੀ, ਕੋਈ ਕੰਟਰੋਵਰਸੀ ਨਹੀਂ ਗੀ। ਗੱਲ ਆ ਵੀ ਆਪਣਾ ਆਪਣਾ ਪਾਰਟੀਆਂ ਨੇ ਪ੍ਰਚਾਰ ਕਰਨਾ ਤੇ ਜਿਹੜੀ ਯੁਵਾ ਦੀ ਗੱਲ ਆ ਉਹ ਸਾਡੇ ਨਾਲ ਆ। ਉਦੋਂ ਭਟਕ ਗਿਆ ਸੀ ਵੀ ਇਹ ਕਹਿੰਦੇ ਸੀਗੇ ਵੀ ਅਸੀਂ ਜਿਹੜਾ ਸੀ ਨਾ ਵੀ ਨੌਕਰੀ ਦਿਆਂਗੇ ਹਰ ਘਰ 'ਚ। ਤੇ ਜਿਹੜੀ ਗੱਲ ਇਹਨਾਂ ਨੇ ਕੀਤੀ ਆ, ਦੂਜੇ ਭਾਈ ਸਾਹਿਬ ਨੇ ਮੇਰੇ ਵੱਲੋਂ ਦੇ ਕਬਜ਼ੇ ਕੀਤੇ ਨੇ। ਮੇਰਾ ਕਬਜ਼ਾ ਕੋਈ ਬੰਦਾ ਦੱਸ ਦੇ ਵੀ ਕਿੱਥੇ ਮੈਂ ਕੀਤਾ। ਤੇ ਹੁਣੇ ਹਜ਼ਾਤ ਨਗਰ ਦੇ ਲਾਗੇ ਚੱਲ ਜਾਓ, ਵਰਿਆਮ ਚੰਦ ਨੂੰ ਮਿਲ ਲਿਓ। 4 ਕਿੱਲੇ ਪੈਲੀ ਇਹਨਾਂ ਉੱਤੇ ਕਣਕ ਵਾਹ ਕੇ, ਕੱਚੀ ਵਾਹ ਕੇ ਉੱਥੇ ਕਲੋਨੀ ਕੱਟਣੀ ਸ਼ੁਰੂ ਕਰਤੀ ਸੀ। ਤੇ ਉਹ ਜਾ ਕੇ ਵੇਖ ਲਓ ਵੀ ਉਹ ਪਾੜਿਆਂ ਨੇ ਇੱਥੇ ਕਬਜ਼ਾ ਸ਼ੁਰੂ ਕੀਤਾ ਸੀਗਾ। ਵਰਿਆਮ ਚੰਦ ਨੂੰ ਹੁਣੇ ਮਿਲ ਲਿਓ ਤੇ ਇਹਦੇ ਕਬਜ਼ੇ ਤੇ ਲੱਭਦੇ ਨੇ। ਵਕਫ ਬੋਰਡ ਦੀ ਕੋਠੀਆਂ ਬਣਾ ਕੇ ਤੁਹਾਨੂੰ ਦੱਸਿਆ। ਵਰਿਆਮ ਚੰਦ ਹਜ਼ਾਰ ਨਗਰ ਇਹਨਾਂ ਦੀ ਜਾਨ ਨੂੰ ਰੋਂਦਾ ਰਿਹਾ। ਕਣਕੀ ਵਾਹ ਛੜੀ ਵਿੱਚੇ ਤੇ ਉੱਥੇ ਕਲੋਨੀ ਬਣਾਉਣ ਡੇ ਤੇ ਮੁੜ ਕੇ ਪ੍ਰੈਸ ਕਾਨਫਰੰਸ ਕਰਨ ਜੀ ਸਾਡੀ ਮਾਲਕੀ ਆ ਉਹ, ਅਸੀਂ ਤੇ ਨਹੀਂ ਵਾਈ ਪਾਈ। ਸੋ ਹੁਣ ਜਿਹੜਾ ਮੈਂ ਇਹ ਗੱਲ ਕਹੀ, ਕਣਕ ਤੇ ਚਲੋ ਸਾਡੀ ਵੀ ਥੋੜੀ ਬਹੁਤੀ ਹੋ ਗਈ ਆ ਤੇ ਅਸੀਂ ਤਾਂ ਨਹੀਂ ਕਦੀ ਕੱਚੀ ਵਾਈ ਵਿੱਚੇ ਹੀ। ਤੇ 60 ਬੰਦੇ ਅਸੀਂ ਆਪਣੀ ਆਪੇ ਵੱਢਦੇ ਆ, ਕਣਕ ਮੰਡੀ ਖੜਨੇ ਆ। ਇਹਦੇ ਤੇ ਕਬਜ਼ੇ ਲੱਭਦੇ ਨੇ। ਕੁਝ ਲੋਕ ਤੁਹਾਡੇ ਕੋਲ ਸਵਾਲ ਕਰਨਾ ਚਾਹੁੰਦੇ ਨੇ। ਕੀ ਸਵਾਲ ਹੈ ਜੀ? ਤੁਹਾਡੇ ਉਮੀਦਵਾਰ ਤੁਹਾਡੇ ਦਰ ਤੇ ਨੇ। ਹਾਂਜੀ ਹਾਂਜੀ ਠੀਕ ਆ ਜੀ। ਅਸੀਂ ਅਕਾਲੀ ਦਲ ਦੇ ਸਿਪਾਹੀ ਆ, ਇਹਨਾਂ ਦੇ ਨਾਲ ਕੰਮ ਕਰੀਦਾ ਵਾ ਤੇ ਉਹਨਾਂ ਨੂੰ ਇਸ ਗੱਲ ਦੀ ਤੰਗੀ ਆ। ਸਾਡੇ ਮੈਂ ਬਿਜ਼ਨਸਮੈਨ ਬੰਦਾ, ਮੇਰੇ ਬਿਜ਼ਨਸ ਵਿੱਚ ਵੀ ਬਹੁਤ ਰੁਕਾਵਟਾਂ ਪਾਈਆਂ। ਮੇਰੇ ਤੇ 3-4 ਪਰਚੇ ਕਰਾਏ ਆ ਬਿਲਕੁਲ ਜਿਹੜੇ ਨਜਾਇਜ਼ ਆ। ਇੱਕ ਵਿੱਚੋਂ ਮੈਂ ਬਿਲਕੁਲ ਬਰੀ ਹੋ ਗਿਆ। ਉਹਦੇ ਦੀਵਾਨ ਜਿੱਦਣ ਮੈਂ ਬਰੀ ਹੋਇਆ ਦੂਜੇ ਦਿਨ ਫਿਰ 188 ਦਾ ਬੱਬੇ ਸਾਹਿਬ ਤੇ ਸਾਡੇ ਦੇ ਵੀ ਜਦੋਂ ਕਿਤੇ ਰਾਏ ਕਵਾਏ ਮਿਲਦੇ ਆ, ਉਹ ਇੱਕੋ ਗੱਲ ਕਹਿੰਦੇ ਆ ਵੀ ਤੁਹਾਨੂੰ ਇਹਨਾਂ ਦੇ ਨਾਲੋਂ ਹਟਾਉਣਾ। ਮੈਂ ਆਖਿਆ ਜੀ ਇੱਦਾਂ ਤਾਂ ਤੁਸੀਂ ਨਹੀਂ ਹਟਾ ਸਕਦੇ, ਕਿ ਰੱਬ ਨਾ ਹਟਾ ਦੇ ਉੱਦਾਂ ਨਹੀਂ ਹਟਦੇ। ਤੇ ਬਿਲਕੁਲ ਅਸੀਂ ਡਟੇ ਜੀ ਕੀ ਚੱਕਰ ਕੀ ਹੈ? ਵੋਟਾਂ ਦੀ ਰਾਜਨੀਤੀ ਦੇ ਵਿੱਚ ਪਰਚਿਆਂ ਦੀ ਰਾਜਨੀਤੀ ਬੜੀ। ਗੁਰਦਾਸਪੁਰ 'ਚ ਤਾਂ ਬਹੁਤ ਜ਼ਿਕਰ ਹੈ, ਪਰਚੇ ਹੀ ਪਰਚੇ ਹੋਏ ਪਏ ਨੇ। ਉਧਰੋਂ ਪਰਚੇ ਤੀਰ ਕਮਾਨ ਤੋਂ ਤੀਰ ਸੁੱਟਦੇ ਤੇ ਦੇਖੇ ਆਪਾਂ। ਇਹ ਪਰਚੇ ਪਹਿਲੀ ਵਾਰੀ ਦੇਖੇ ਕਿ ਉਧਰੋਂ ਇੱਕ ਪਰਚਾ ਉਹ ਸੁੱਟਦਾ, ਇੱਕ ਪਰਚਾ ਉਹ ਤੁਸੀਂ ਸੁੱਟ ਦਿੰਦੇ। ਇਹ ਪਰਮਾਤਮਾ ਨੇ ਕਿਰਪਾ ਕੀਤੀ, ਮੈਂ ਜ਼ਿਲ੍ਹੇ ਦਾ ਪ੍ਰਧਾਨ ਬਣ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਬਣਾ ਜਾਖੜ ਇੱਥੋਂ ਪਾਰਲੀਮੈਂਟ ਦੀ ਚੋਣ ਲੜਨ ਲਈ ਆ ਗਏ। ਤੇ ਇਹ ਤਾਂ ਦਬਾਉਂਦੇ ਸੀ ਮੈਨੂੰ ਵੀ ਕਾਰੋਬਾਰ ਵੀ ਬੰਦ ਕਰਾ ਦਿਓ, ਪਰਚੇ ਵੀ ਕਰਾ ਦਿਓ। ਮੇਰੇ ਵੱਲੋਂ ਵੀ ਇਹ ਡਰ ਜਾਏਗਾ ਤੇ ਸ਼ਾਇਦ ਪਾਰਟੀ ਕਮਜ਼ੋਰ ਹੋ ਜਾਏਗੀ, ਕੰਮ ਨਹੀਂ ਕਰੇਗਾ। ਤੇ ਅਸੀਂ ਪਰਚੀਆਂ ਦੇ ਜ਼ਮਾਨਤਾਂ ਕਰਾ ਲਈਆਂ, ਕਾਰੋਬਾਰ ਬੰਦ ਹੋ ਗਿਆ, ਲਾਂਭੇ ਰੱਖਤਾ। ਅਸੀਂ ਪਾਰਟੀ ਤਕੜੀ ਕੀਤੀ ਆ, ਪਾਰਟੀ ਕਰਨ ਰਹੇ ਆ। ਇਹ ਲਿਖਾਉਂਦੇ ਸੀ ਮੈਨੂੰ ਤੇ ਇਹ ਕਰਕੇ ਪਰਮਾਤਮਾ ਦੀ ਕਿਰਪਾ ਆ, ਡਰਨ ਵਾਲੀ ਨਹੀਂ ਕੋਈ ਗੱਲ। ਤੁਹਾਡੀ ਪਾਰਟੀ ਤੇ ਆ ਜਾਂਦੇ ਕਿ 2017 'ਚ ਬੜਾ ਨੁਕਸਾਨ ਝੇਲਣਾ ਪਿਆ, ਚਾਹੇ ਉਹ ਨਸ਼ੇ ਦੇ ਮੁੱਦੇ ਨੂੰ ਲੈ ਕੇ। ਹੁਣ ਵੀ ਬਿਕਰਮ ਮਜੀਠੀਆ ਤੇ ਜਾਂਦੇ ਜਾਂਦੇ FIR ਦਰਜ ਹੋ ਗਈ। ਬੇਸ਼ੱਕ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਹੈ, ਬੇਅਦਬੀਆਂ ਦੇ ਆਰੋਪ ਲੱਗ ਗਏ। ਤੁਹਾਨੂੰ ਲੱਗਦਾ ਕਿ ਉਹ ਜੋ ਆਰੋਪ ਉਸ ਵੇਲੇ 2017 'ਚ ਲੱਗੇ, ਬਹੁਤ ਵੱਡਾ ਨੁਕਸਾਨ ਤੁਹਾਨੂੰ ਝੇਲਣਾ ਪਿਆ। ਹਰ ਉਮੀਦਵਾਰ ਨੂੰ ਉਸ ਗੱਲ ਦਾ ਨੁਕਸਾਨ ਝੇਲਣਾ ਪਿਆ। ਉਹ ਰਿਕਵਰੀ ਹੋ ਪਾਈ ਔਰ ਹੁਣ ਤੁਸੀਂ ਆਪਣੀ ਪਾਰਟੀ ਨੂੰ ਕਿੱਥੇ ਸਟੈਂਡ ਦੇਖਦੇ ਹੋ? ਪਾਰਟੀ ਸਾਡੀ ਵੇਖੋ ਸਰਕਾਰ ਬਣ ਜਾ ਰਹੀ ਆ। ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਆ। ਵੱਡਾ ਇਹਦਾ ਕਾਰਨ ਇਹ ਆ ਵੀ ਸਾਡੇ ਜਿਹੜੇ ਲੀਡਰ ਨੇ, ਲੋਕ ਇਹਨਾਂ ਕਦੀ ਝੂਠੀ ਸਹੁੰ ਖਾਧੀ ਆ ਤੇ ਨਾ ਕਦੀ ਫਾਰਮ ਭਰੇ ਨੇ। ਜਿਹੜੀ ਚੋਣ ਮੈਨੀਫੈਸਟੋ 'ਚ ਗੱਲ ਆ ਗਈ ਆ ਉਹ ਪੂਰੀ ਕੀਤੀ ਆ। ਦੂਜੀਆਂ ਪਾਰਟੀਆਂ ਨੇ ਝੂਠੀਆਂ ਸਹੁੰਆਂ ਖਾ ਲਈਆਂ, ਝੂਠੇ ਚੋਣ ਮੈਨੀਫੈਸਟੋ, ਸਾਡੀਆਂ ਸਕੀਮਾਂ ਤੋਂ ਇਲਾਵਾ ਉਹ ਇੱਕ ਵੀ ਕੰਮ ਨਹੀਂ ਕਰ ਸਕੇ। ਇਸ ਕਰਕੇ ਸਾਡੀ ਪਾਰਟੀ ਦਾ ਗ੍ਰਾਫ ਉੱਪਰ ਆ। ਬਿਲਕੁਲ, ਇੱਕ ਹੋਰ ਸ਼ਖਸ ਤੁਹਾਡੇ ਨਾਲ ਸਵਾਲ ਕਰਨਾ ਚਾਹੁੰਦੇ। ਕੀ ਸਵਾਲ ਹੈ ਜੀ? ਇਹਨਾਂ ਤੁਹਾਡੇ ਉਮੀਦਵਾਰ ਤੁਹਾਡੇ ਦਰ ਤੇ ਨੇ। ਹਾਂਜੀ, ਸਾਡੇ ਉਮੀਦਵਾਰ ਬਹੁਤ ਵਧੀਆ ਜੀ। ਕੋਈ ਕਿਸੇ ਨਾਲ ਕੋਈ ਨਜਾਇਜ਼ ਨਹੀਂ, ਬਿਲਕੁਲ ਠੀਕ ਠਾਕ ਸੱਚੀ ਸੁੱਚੀ ਗੱਲ ਹੈ ਜੀ ਇਹਨਾਂ ਦੀ। ਮੇਰੇ ਨਾਲ ਆਪਣੇ ਪਾਰਟੀਆਂ ਨੇ ਮੇਰੇ ਤੇ ਬਹੁਤ ਨਜਾਇਜ਼ ਕੀਤੀ ਹੈ ਜੀ। ਮੈਂ ਕਾਰੋਬਾਰੀ ਬੰਦਾ, ਮੇਰਾ ਭੱਠਾ 2 ਸਾਲ ਇਹਨਾਂ ਬੰਦ ਕਰਕੇ ਰੱਖਿਆ, ਲਾਇਸੈਂਸ ਕੈਂਸਲ ਕਰਤੇ। ਫਿਰ ਮੇਰੀ ਮੰਡੀ ਦਾ ਇਹਨਾਂ ਬਹੁਤ ਵੱਡਾ ਨੁਕਸਾਨ ਕੀਤਾ। ਮੇਰੇ ਪੈਟਰੋਲ ਪੰਪ ਦਾ ਨਾਲ ਲਾਇਸੈਂਸ ਕੈਂਸਲ ਤਾਂ ਕਰਕੇ ਗਏ। ਮੈਨੂੰ 2 ਲੱਖ ਰੁਪਏ ਉੱਥੇ ਜ਼ਮਾਨਾ ਕੀਤਾ। ਮੇਰੇ ਆਪਣੇ ਸੈਲਰ ਦੇ ਉੱਤੇ ਮੇਰੇ 15 ਲੱਖ ਰੁਪਏ ਨੁਕਸਾਨ ਇਹਨਾਂ ਕੀਤਾ ਜੀ। ਜ਼ਮਾਨਾ ਕਰਤਾ ਜਾਣ ਬੁੱਝ ਕੇ, ਜਾਂ ਤਾਂ ਸਾਡੇ ਵੱਲ ਆ ਜਾਓ ਤੇ ਨਹੀਂ ਤੁਹਾਡਾ ਨੁਕਸਾਨ ਕਰਾਂਗੇ। ਬਿਲਕੁਲ, ਇਹ ਇਸ ਤਰ੍ਹਾਂ ਦੀ ਰਾਜ ਹੋਇਆ ਜੀ। ਸਾਡੇ ਮੇਰੇ ਭਤੀਜੇ ਉੱਤੇ ਜਾਂ ਅਸੀਂ ਤੇ ਫੋਨ SSP ਨੂੰ ਕਰੀ ਜਾਂਦੇ ਅੰਮ੍ਰਿਤਸਰ ਵੀ ਇਹਨਾਂ ਨੂੰ ਵਿੱਚ ਰੱਖੋ, ਯਾਨੀ ਕਿ ਮਨਜੀਤ ਸਿੰਘ ਨੂੰ ਵਿੱਚ ਰੱਖੋ ਤੇ ਭਤੀਜੇ ਨੂੰ ਵਿੱਚ ਰੱਖੋ। ਬੜੀ ਮੁਸ਼ਕਲ ਹੀ ਬਚੇ ਆ ਜੀ। ਬੱਬੇ ਵਾਲੇ ਜੀ, ਆਖਰੀ ਸਵਾਲ, ਕਿਉਂਕਿ ਦੋਨੋਂ ਧਿਰਾਂ ਵੱਲੋਂ ਇਹੀ ਗੱਲ ਹੈ ਕਿ ਪਰਚੇ ਇਹਨਾਂ ਨੇ ਕਰਾਏ, ਪਰਚੇ ਉਹਨਾਂ ਨੇ ਕਰਾਏ, ਧੱਕੇਸ਼ਾਹੀ ਉਹਨਾਂ ਨੇ ਕੀਤੀ, ਧੱਕੇਸ਼ਾਹੀ ਤੁਹਾਡੇ ਵੱਲੋਂ ਹੋਈ, ਇਹ ਆਰੋਪ ਲੱਗਦੇ ਆਏ। ਹੁਣ ਤੁਹਾਨੂੰ ਲੱਗਦਾ ਕਿ ਲੋਕ ਇਹ ਨਾ ਸੋਚ ਲੈਣ ਕਿ ਯਾਰ ਦੋਵਾਂ ਦੀ ਰਾਜਨੀਤੀ ਜਿਹੜੀ ਇੱਕੋ ਜਿਹੀ ਚੱਲਦੀ ਆ ਰਹੀ ਹੈ, ਤੀਜੇ ਨੂੰ ਆਪਾਂ ਰਮਨ ਬੈਲ ਨੂੰ
ਇਹਦੀ ਆਮ ਗੱਲ ਮਸ਼ਹੂਰ ਆ ਵੀ ਫੋਨ ਕਰਨਾ ਤਾਰ ਥੱਲੋਂ ਲਾ ਛੱਡਦੇ ਰਹੇ ਨੇ। ਇਹ ਕਰਕੇ ਮੈਂ ਕਿਹਾ ਵੀ ਮੇਰੀ ਇਹ ਖੁਸ਼ਕਿਸਮਤੀ ਆ ਵੀ ਤਿੰਨੇ ਬੰਦੇ ਉਹ ਆ ਗਏ ਆ ਜਿਨ੍ਹਾਂ ਲੋਕਾਂ 'ਚ ਵਿਚਰੇ ਆ, ਤੇ ਉਹਨਾਂ ਦੋਵਾਂ ਦੇ ਨਾਲੋਂ ਜਿਹੜੀ ਲੋਕੀ ਆ ਮੈਨੂੰ ਪ੍ਰੈਫਰੈਂਸ ਦੇ ਰਹੇ ਨੇ। ਮੈਂ ਜ਼ਬਾਨ ਦਾ ਪੱਕਾ ਬੰਦਾ, ਜਿਹੜੀ ਜ਼ਬਾਨ ਤੇ ਗੱਲ ਕੱਢ ਦਿੱਤੀ ਆ ਤੁਸੀਂ ਜਾ ਕੇ ਹੁਣ ਵੀ ਕਿਸੇ ਨੂੰ ਪੁੱਛ ਲਓ ਵੀ ਜਿਹੜੀ ਮੈਂ ਹਾਂ ਕਰਦੇ ਆ ਮੈਂ ਪੂਰੀ ਕਰਨਾ। ਕੋਈ ਨਜਾਇਜ਼ ਨਹੀਂ ਕੀਤੀ, ਕੋਈ ਗੱਲ ਨਹੀਂ। ਇਹ ਕਹਿੰਦੇ ਮਨ 'ਚ ਗੱਲ ਆ ਗਈ ਸੀ ਵੀ ਮੇਰੇ ਵੱਲੋਂ ਵੀ ਇਹਨੂੰ ਡਰਾ ਦਈਏ, ਇਹ ਲਿਖਾ ਦਈਏ। CM ਲੈਵਲ ਤੇ ਗੱਲ ਹੋਈ ਸੀ ਸਾਰੀ, ਤੇ ਉਹ ਜਾਖੜ ਇੱਥੋਂ ਚੋਣ ਲੜਦੇ ਸੀਗੇ ਪਾਰਲੀਮੈਂਟ ਚੋਣ 'ਚ। ਇਹ ਤਾਂ ਮੇਰੇ ਬੰਦਿਆਂ ਨੂੰ ਵੀ ਦਬਾਉਂਦੇ ਸੀ ਤੇ ਮੈਨੂੰ ਵੀ ਉੱਦਾਂ ਤੇਰਾ ਅਸਰ ਸੂਗ ਬੜਾ, ਤੇ ਜਦੋਂ ਬੰਦਾ ਡਰ ਜੇ ਮੋਰਲੀ ਡਾਊਨ ਹੋ ਜਾਂਦਾ। ਇਹਦੇ ਮਨ 'ਚ ਇਹ ਗੱਲ ਸੀ। ਤੇ ਮੈਂ ਸਪੋਰਟਸਮੈਨ ਰਿਹਾ, ਜਿਹੜਾ ਸਪੋਰਟਸਮੈਨ ਬੰਦਾ ਹੁੰਦਾ ਨਾ ਕਦੀ ਜ਼ਿੰਦਗੀ ਨਹੀਂ ਘਬਰਾਉਂਦਾ। ਜੇ ਇੱਕ ਮੈਚ ਹਾਰ ਜਾਈਏ ਨਾ ਤੇ ਅਗਲੇ ਮੈਚ ਦੀ ਤੇਲ ਮਲ ਕੇ ਤੇ ਮੁੜ ਕੇ ਤਿਆਰੀ ਕਰਕੇ ਜਾਈਦਾ। ਉਮਰ ਤਾਂ ਮੈਨੂੰ ਲੱਗਦਾ ਬੜਾ ਫਰਕ ਹੋਣਾ ਹੈ ਬਰਿੰਦਰ ਪਾੜਾ ਤੇ ਤੁਹਾਡੇ 'ਚ, ਪਰ ਜੋਸ਼ 'ਚ ਬਰਾਬਰੀ ਲੱਗ ਰਹੀ ਹੈ। ਉਹ ਲੱਭੇ ਮੈਨੂੰ ਤਾਂ ਮੇਰੇ ਨਾਲ ਭਾਵੇਂ ਦੌੜ ਕੇ ਵੇਖ ਲਏ ਤੇ ਭਾਵੇਂ ਮੇਰੇ ਨਾਲ ਘੋਲਾ ਲਓ ਉਹਨੂੰ ਕਰ ਲਏ, ਮੇਰੇ ਨਾਲ ਡੰਡ ਮਾਰ ਲਏ ਭਾਵੇਂ। ਅਸੀਂ ਰੋਜ਼ ਮੈਂ ਹੁਣ ਮੈਂ ਮਹੀਨਾ ਕੁ ਹੋਇਆ 2 ਮਹੀਨੇ ਗਰਾਊਂਡ 'ਚ ਨਹੀਂ ਜਾਂਦਾ। ਅਸੀਂ ਘੋੜੀਆਂ ਰੱਖੀਆਂ ਨੇ ਰਾਈਡਰ। ਆਪ ਕਹਿੰਦੇ ਕਿ ਘੋੜੀਆਂ ਦੇ ਬੜੇ ਸ਼ੌਕੀਨ ਨੇ, ਔਰ ਜਦੋਂ ਵੀ ਅਕਸਰ ਚੇਂਜ ਮੇਲਾ ਹੁੰਦਾ ਔਰ ਸ਼ੁਰੂਆਤ ਜਦੋਂ ਉੱਥੋਂ ਹੋਈ ਸੀਗੀ, ਘੋੜੀਆਂ ਦਾ ਕਿੰਨਾ ਕੁ ਸ਼ੌਂਕ ਔਰ ਕਿੱਦਾਂ ਤੁਹਾਡਾ ਬਣਿਆ ਜਿਹੜਾ ਵਾਲਾ? ਘੋੜੀਆਂ ਵੇਖੋ ਜੀ ਸ਼ੌਕ ਮਤਲਬ ਉੱਦਾਂ ਹੀ ਰੱਖੀਆਂ ਨੇ, ਤੇ ਚਲੋ ਜਦੋਂ ਵੇਹ ਲੱਗਦਾ ਸਟੇਡੀਅਮ 'ਚ ਜਾ ਕੇ ਮਤਲਬ ਭਜਾਈ ਦੀਆਂ ਨੇ। ਤੇ ਸਾਡੇ ਕੁਦਰਤੀ ਸ਼ੁਰੂ ਤੋਂ ਰਹੀਆਂ, ਸਾਡੇ ਗ੍ਰੈਂਡਫਾਦਰ ਹੁੰਦੇ ਸਰਦਾਰ ਉਦਮ ਸਿੰਘ ਚੀਫ ਲੰਬੜਦਾਰ ਹੁੰਦੇ, ਉਦੋਂ ਵੀ ਘੋੜੀਆਂ ਰੱਖੀਆਂ ਹੁੰਦੀਆਂ ਸੀ। ਤੇ ਇੱਕ ਦੋ ਰੱਖਣੀਆਂ ਤੇ ਸ਼ੌਕ ਨਾਲ ਉਹਨਾਂ ਵੀ ਉਦੋਂ ਕਰਨੀਆਂ। ਫਿਰ ਫਾਦਰ ਸਾਹਿਬ ਵੀ MLA ਰਹੇ ਨੇ, ਉਦੋਂ ਵੀ ਰਹੀਆਂ, ਉਦੋਂ ਵੀ ਮੈਂ ਚੜ੍ਹਦਾ ਰਿਹਾ ਘੋੜੀ ਤੇ ਹੁਣ ਵੀ ਰੱਖੀਆਂ ਨੇ ਉੱਦਾਂ ਹੀ ਸ਼ੌਕ ਦੇ ਨਾਲ ਵੀ। ਚਲੋ ਠੀਕ ਆ ਬਾਬਾ ਅਲੀ ਸਾਹਿਬ, ਇੱਕ ਗੱਲ ਬੜੀ ਅਹਿਮ ਹੈ, ਤੁਸੀਂ ਇੱਥੇ ਦੇਖ ਰਹੇ ਹੋ ਕਿ ਯੁਵਾ ਵਰਗ ਕਾਫੀ ਵੱਡੀ ਗਿਣਤੀ 'ਚ, ਅਕਸਰ ਹੀ ਤੁਹਾਡੇ ਰੋਡ ਸ਼ੋਅ ਦੇ ਵਿੱਚ ਵੀ ਯੁਵਾ ਵਰਗ ਬੜੀ ਵੱਡੀ ਗਿਣਤੀ 'ਚ ਵੀ ਸ਼ਾਮਲ ਹੁੰਦਾ। ਬੜਾ ਅੱਜ ਕੱਲ੍ਹ ਇੱਕ ਸਮੱਸਿਆ ਵੀ ਹੈ ਔਰ ਚਿੰਤਾ ਦਾ ਵਿਸ਼ੇ ਹੈ ਪੰਜਾਬ ਦੇ ਲਈ। ਪਹਿਲਾਂ ਤਾਂ ਨਸ਼ਿਆਂ ਦੇ ਕਰਕੇ ਵੀ ਪੰਜਾਬ ਕਿਤੇ ਨਾ ਕਿਤੇ ਪਿੱਛੇ ਚੱਲਦਾ ਰਿਹਾ, ਔਰ ਹੁਣ ਜੇ ਗੱਲ ਕਰੀਏ ਤਾਂ ਵਿਦੇਸ਼ਾਂ ਦਾ ਅਕਸਰ ਰੁਖ ਬਾਹਰ ਨੂੰ ਕਰ ਰਹੇ ਨੇ। ਅਜਿਹਾ ਕੀ ਤੁਸੀਂ ਕਰ ਰਹੇ ਹੋ ਜਿਹੜਾ ਯੁਵਾ ਜਿਹੜਾ ਕਿਤੇ ਇੱਥੇ ਰਹਿ ਕੇ ਜਿਹੜਾ ਉਹ ਆਪਣਾ ਕਾਰੋਬਾਰ ਕੁਝ ਕਰ ਸਕੇਗਾ ਔਰ ਪੰਜਾਬ 'ਚ ਰਹਿ ਕੇ ਪੰਜਾਬੀਅਤ ਦੀ ਗੱਲ ਕਰੇਗਾ? ਵੇਖੋ ਗੱਲ ਆ ਉਹ ਤਾਂ ਚੋਣ ਮੈਨੀਫੈਸਟੋ 'ਚ ਗੱਲਾਂ ਆ ਜਾਣਗੀਆਂ, ਰੁਜ਼ਗਾਰ ਵੀ ਪੈਦਾ ਕਰਾਂਗੇ। ਪਹਿਲਾਂ ਵੀ ਅਕਾਲੀ ਦਲ ਵੇਲੇ ਸਰਕਾਰ ਜਿਹੜੀ ਆ ਉਹ ਸਾਡੀ ਨੇ ਬੜੀਆਂ ਨੌਕਰੀਆਂ ਦਿੱਤੀਆਂ ਸੀ ਔਰ ਉਹਨੂੰ ਮੈਰਿਟ ਦਿੱਤੀਆਂ। ਹੁਣ ਮੈਂ ਗਿਆ ਸੀਗਾ ਤਿੱਬੜ ਪਿੰਡ ਆ ਸਾਡਾ ਸਾਰੇ ਹਲਕੇ ਤੋਂ ਵੱਡਾ, ਤੇ ਉੱਥੇ ਆਪ ਹੀ ਲੋਕਾਂ ਕਿਹਾ ਵੀ ਆ ਤੁਹਾਡੇ ਵੇਲੇ 20-25 ਮੁੰਡੇ ਕੋਈ ਪੁਲਿਸ 'ਚ ਲੱਗੇ, ਕੋਈ ਟੀਚਰ ਲੱਗੇ, ਤੇ ਉਹ ਕਰਾਂਗੇ ਅਸੀਂ। ਪਰ ਇੱਕ ਉੱਥੇ ਮਾਨ ਚੋਪੜੇ ਮੈਂ ਗਿਆ ਤੇ ਇਦਾਂ ਮੈਂ ਬੋਲ ਕੇ ਹਟਿਆ ਤੇ ਇੱਕ ਨੌਜਵਾਨ ਮੈਨੂੰ ਕਹਿੰਦਾ ਜਿਹੜਾ ਤੁਸੀਂ ਸਵਾਲ ਕੀਤਾ ਵੀ ਬੱਚਿਆਂ ਬਾਰੇ ਤੁਸੀਂ ਕੀ ਸੋਚਦੇ, ਇਹਨਾਂ ਦੇ ਕੋਈ ਰੁਜ਼ਗਾਰ ਪੈਦਾ ਕਰੋ। ਮੈਂ ਕਿਹਾ ਬੇਟਾ ਇੱਕ ਗੱਲ ਆ, ਜ਼ਿੰਦਗੀ 'ਚ ਕਦੀ ਝੂਠ ਨਹੀਂ ਬੋਲਿਆ, ਤੇ ਮੈਂ ਕਾਂਗਰਸ ਨੂੰ ਇਹ ਗੱਲ ਨਹੀਂ ਕਹਿਣੀ ਵੀ ਮੈਂ ਘਰ ਘਰ ਨੌਕਰੀ ਦੇ ਦਿਆਂਗਾ। ਤੇ ਬੱਚਿਆਂ ਨੂੰ ਵੀ ਪਤਾ ਵੀ ਕੁਆਲੀਫਿਕੇਸ਼ਨ ਦੇ ਮੁਤਾਬਕ ਹੀ ਨੌਕਰੀ ਮਿਲਣੀ, ਤੇ ਜਿਹੜੀ ਮੇਰੀ ਪਾਵਰ ਹੋਊ ਭਾਵੇਂ ਸਾਡੇ ਆਉਣ ਵਾਲੇ ਚੀਫ ਮਿਨਿਸਟਰ ਉਹਨਾਂ ਕੋਲ ਮੈਨੂੰ ਲੈ ਜਿਓ, ਚਾਹੇ ਮੰਤਰੀਆਂ ਕੋਲ, ਮੈਂ ਜ਼ੋਰ ਲਾਵਾਂਗਾ ਜਿੰਨੇ ਮੈਂ ਮੁਲਾਜ਼ਮ ਕਰਾ ਸਕਦਾ ਹਾਂ ਕਰਾਏ। ਪਰ ਇੱਕ ਗੱਲ ਜ਼ਰੂਰ ਆ ਵੀ ਮਿਲਕ ਪਲਾਂਟ ਦੇ ਬਾਹਰ ਜਾ ਕੇ ਮੋਟਰਸਾਈਕਲ ਤੇ ਚੱਲ ਜੀ ਤੇ ਸਿਕਿਉਰਟੀਆਂ ਨੂੰ ਪੁੱਛੀ ਵੀ ਬੱਬੇ ਆਈ ਦੀ ਕਿੰਨੀ ਭਰਤੀ ਆ, ਅੰਦਰ ਭਾਵੇਂ ਨਾ ਜਾਈ। ਉਸ ਤੋਂ ਬਾਅਦ ਮੈਂ ਜ਼ਿਲ੍ਹਾ ਪਿਛਲਾ ਚੇਅਰਮੈਨ ਵੀ ਰਿਹਾ, ਤੇ ਜ਼ਿਲ੍ਹਾ ਪਿਛਦੇ ਕਿਸੇ ਮੁਲਾਜ਼ਮ ਨੂੰ ਪੁੱਛ ਲਈ ਇੱਥੇ ਬੱਬੇ ਆਈ ਦੀ ਕਿੰਨੀ ਕੁ ਭਰਤੀ ਆ। ਫਿਰ ਮੋਟਰਸਾਈਕਲ ਗਾਂਹ ਲੈ ਜੀ ਤੇ BDO ਦਫ਼ਤਰ ਚੱਲ ਜੀ ਵੀ ਸੈਕਟਰੀ ਦਾ ਗ੍ਰਾਮ ਸੇਵਕ ਉਹਦੀ ਭਰਤੀ ਹੈ। ਫਿਰ ਮੈਂ ਤੂੰ ਬੇਰੁਜ਼ਗਾਰ ਆ ਤੇ ਤੇਲ ਤੈਨੂੰ ਮੈਂ ਪਾ ਦਾਂਗਾ, ਖਰਚਾ ਨਹੀਂ ਤੇਰੇ 'ਤੇ ਪੈਣ ਦਿੰਦੇ। ਤੇ ਘਣੀ ਕੇ ਬਾਂਗਰ ਚੱਲ ਜੀ, ਉੱਥੇ ਕੈਟਲ ਫੀਡ ਫੈਕਟਰੀ ਲੱਗੀ ਮਿਲਕਫੈਡ ਪੰਜਾਬ ਦੀ, ਤੇ ਮੈਂ ਮਿਲਕਫੈਡ ਪੰਜਾਬ ਦਾ ਵੀ ਚੇਅਰਮੈਨ ਰਿਹਾ। ਤੇ ਉੱਥੇ ਬਾਹਰ ਹੀ ਪੁੱਛ ਲਈ ਵੀ ਬੱਬੇ ਦੀ ਕਿੰਨੀ ਕੁ ਭਰਤੀ ਆ, ਤੇ ਫਿਰ ਗੱਲ ਇਦਾਂ ਕਰੀ ਵੀ ਹੌਲੀ ਨਾ ਪਾੜਿਆਂ ਦੇ ਘਰ ਚੱਲ ਜੀ ਵੀ ਤੁਹਾਡੀ ਕਿੰਨੀ ਕੁ ਭਰਤੀ ਆ। ਲੋਕਾਂ ਅਸੀਂ ਤੇ ਬੜੇ ਬੰਦੇ ਲਵਾਏ ਨੇ। ਦੇ ਅਕਸਰ ਆਰੋਪ ਵੀ ਲਗਾਤਾਰ ਇਹੀ ਲੱਗਦੇ ਆ ਰਹੇ ਨੇ ਕਿ ਜਦੋਂ ਕੋਈ ਸੱਤਾ ਦੇ ਵਿੱਚ ਆਂਦਾ ਤਾਂ ਚੇਅਰਮੈਨੀਆਂ ਤੋਂ ਲੈ ਕੇ ਉਹ ਘਰ ਦੇ ਵਿੱਚ ਹੀ ਰਹਿ ਜਾਂਦੀਆਂ, ਬਾਹਰ ਕਿਉਂ ਨਹੀਂ ਜਾਂਦੀਆਂ, ਉਹ ਘਰਾਂ 'ਚ ਹੀ ਕਿਉਂ ਸੀਮਤ ਰਹਿ ਜਾਂਦੀਆਂ? ਫਿਰ ਉਹ ਜਿਹਨਾਂ ਲਈਆਂ ਨੇ ਉਹ ਜਵਾਬ ਦੇਣ। ਇੱਥੇ 29 ਬੰਦੇ ਮੈਂ ਖਿਲਾਰੇ ਸੀ ਨਾ, 29 ਦੇ 29 ਜਿਹੜੇ ਉਹ ਮਸ਼ੀਨਾਂ ਖੋਲ ਕੇ ਰਿਜ਼ਲਟ ਬਦਲਾਤੇ, ਤੇ ਭਰਾ ਆਪਣੇ ਨੂੰ ਬਣਾ ਲਿਆ ਕਮੇਟੀ ਦਾ ਪ੍ਰਧਾਨ, ਆਪ ਬਣ ਗਿਆ ਪੰਜਾਬ ਦਾ ਪ੍ਰਧਾਨ। ਤੇ ਕਿਸੇ ਕਾਂਗਰਸੀ ਨੂੰ ਇਸ ਗੱਲ ਦੇ ਲਾਇਕ ਨਹੀਂ ਸਮਝਿਆ, ਤੇ ਮਾਰਕੀਟ ਕਮੇਟੀ ਦਾ ਪਹਿਲੀ ਵਾਰੀ ਹੋਇਆ ਵੀ ਦੀਨਾਨਗਰ ਹਲਕੇ ਦਾ ਮਾਰਕੀਟ ਕਮੇਟੀ ਗੁਰਦਾਸਪੁਰ ਦਾ ਚੇਅਰਮੈਨ ਬਣ ਗਿਆ। ਤੇ ਕਹਿੰਦੇ ਇਹ ਨੇ ਵੀ ਅਰਨਾ ਚੌਧਰੀ ਨੇ ਪੇਸ਼ ਨਹੀਂ ਜਾਣ ਦਿੱਤੀ, ਤੇ ਉਹ ਜਾਣ ਕੇ ਚੇਅਰਮੈਨ ਨਹੀਂ ਖਿੱਚ ਕੇ ਲੈ ਗਏ। ਗੱਲ ਆ ਵੀ ਉਹ ਆੜਤੀਆਂ ਕੋਲ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਦਿੰਦਾ, ਇਹ ਕਰਕੇ ਉਹ ਤਾਂ ਲੋਕੀ ਵੇਖਣਗੇ ਨਾ। ਹੁਣ ਚਲੋ ਆਖਰੀ ਸਵਾਲ, ਕਿੰਨੀ ਲੀਡ ਦੀ ਉਮੀਦ ਆ ਤੁਹਾਨੂੰ 20 ਫਰਵਰੀ ਨੂੰ? ਜਿਹਨੇ ਮਰਜ਼ੀ ਕਰੀ ਜਾਓ। ਨਹੀਂ ਫਿਰ ਜਿੱਤਣ ਤੋਂ ਬਾਅਦ ਵੀ ਤਾਂ ਸਵਾਲ ਕਰਨੇ ਨਾ ਤੁਹਾਨੂੰ, ਜੇ ਤੁਹਾਨੂੰ ਲੋਕ ਜਿਤਾ ਦਿੰਦੇ ਨੇ ਫਿਰ ਵੀ ਸਵਾਲ ਕਰਨੇ ਨੇ। ਨਹੀਂ ਕਿਰਪਾ ਹੋਏਗੀ ਪੂਰੀ, ਮਤਲਬ ਜਿੰਨੀ ਤੇ ਹਰੇ ਹੀ ਉਸ ਤੋਂ ਵੱਧ ਜਿੱਤਾਂਗੇ।
ਬੱਬੇ ਹਾਲੀ ਜੀ, ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਨ ਗੁਰਬਚਨ ਸਿੰਘ ਬੱਬੇ ਹਾਲੀ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਗੁਰਦਾਸਪੁਰ ਤੋਂ, ਔਰ ਦਾਅਵਾ ਕਰ ਰਹੇ ਨੇ ਕਿ 20 ਫਰਵਰੀ ਨੂੰ ਲੋਕ ਇਹਨਾਂ ਨੂੰ ਇੱਕ ਵਾਰ ਚੁਣ ਰਹੇ ਨੇ। 10 ਸਾਲ ਜਿਵੇਂ ਇਹਨਾਂ ਨੇ ਇੱਥੇ ਕੰਮ ਕੀਤਾ ਔਰ ਅਗਲੇ 5 ਸਾਲ ਵੀ ਇਹਨਾਂ ਨੂੰ ਹੀ ਮਿਲਣ ਜਾ ਰਹੇ ਨੇ, ਔਰ ਮੌਕਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗਾ। ਸਰਕਾਰ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੀ ਆ ਰਹੀ ਹੈ। ਕੈਮਰਾਮੈਨ ਪ੍ਰਭਜੋਤ ਦੇ ਨਾਲ ਰਮਾਂਸ਼ੂ ਕਾਬਾ, ਦੈਨਿਕ ਸਵੇਰਾ ਟੀਵੀ, ਗੁਰਦਾਸਪੁਰ।